ਵੀ ਕਾਂਗਰਸ ਮੁੱਢੋਂ ਹੀ ਕਰਪਟ ਪਾਰਟੀ, ਮਦਰ ਆਫ ਕਰਪਸ਼ਨ ਹੈ, ਇਹਦਾ DNA ਕਰਪਟ ਹੈ। ਜੇ ਉਹ ਦੋਸ਼ੀਆਂ ਨੂੰ ਫੜਦੇ, ਪਾਪੀਆਂ ਨੂੰ, ਤਾਂ ਚੰਗਾ ਸੀ, ਪਰ ਉਹਨਾਂ ਨੇ, ਕਾਂਗਰਸ ਨੇ ਉਹਨਾਂ ਦੀਆਂ ਬਣਾਈਆਂ SITਆਂ ਨੇ ਰਾਜਨੀਤਿਕ ਕੰਮ ਕੀਤਾ ਮੁੱਖ ਮੰਤਰੀ ਦੇ ਕਹਿਣ ਤੇ। ਹੁਣ ਦੁਬਾਰਾ SIT ਬਣਾਈ ਹੈ। ਸਾਨੂੰ ਉਮੀਦ ਤਾਂ ਕੋਈ ਨਹੀਂ SIT ਤੋਂ, ਕਿਉਂਕਿ ਉਹ SIT ਵੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਬਣਾਈ ਆ, ਕੋਈ ਹਾਈ ਕੋਰਟ ਨੇ ਜਾਂ ਕਿ ਸੁਪਰੀਮ ਕੋਰਟ ਨੇ ਨਹੀਂ ਬਣਾਈ। ਸਾਨੂੰ ਸਾਇੰਟਿਸਟਾਂ ਨੇ ਕਿਹਾ ਸੀ ਵੀ ਦੂਜੀ ਵੇਵ ਆਊਗੀ, 6 ਮਹੀਨੇ ਪਹਿਲਾਂ ਉਹਨਾਂ ਨੇ ਕਹਿ ਦਿੱਤਾ ਸੀ ਵੀ ਦੂਜੀ ਵੇਵ ਆਊਗੀ, ਲੇਕਿਨ ਅਸੀਂ ਤਿਆਰ ਹੀ ਨਹੀਂ ਸੀ। ਜਿਹੜੇ ਕਹਿੰਦੇ ਸੀ ਫਲਾਣੇ ਨੂੰ ਕਰੋਨਾ ਹੋ ਗਿਆ, ਓਏ ਲਾਓ ਤਾਲੀ, ਪੁੱਛੋ ਜਰਾ ਆਪ ਕਿੱਥੇ ਆ? ਸੁਖਬੀਰ ਬਾਦਲ ਨੂੰ ਕਰੋਨਾ ਹੋ ਗਿਆ, ਮਾਰੋ ਤਾੜੀਆਂ ਦੱਬ ਕੇ। ਲੋਕਾਂ ਦਾ ਵਿਸ਼ਵਾਸ ਉੱਠ ਗਿਆ। ਅੱਜ ਕਿਸੇ ਨੌਜਵਾਨ ਨੂੰ ਤੁਸੀਂ ਪੁੱਛ ਕੇ ਦੇਖ ਲਓ, ਉਹ ਕਹਿੰਦੇ ਸਾਨੂੰ ਕਿਸੇ ਨੂੰ ਨੌਕਰੀ ਨਹੀਂ ਮਿਲੀ। ਸਾਡੇ ਵੇਲੇ 5 ਰੁਪਏ 30 ਪੈਸੇ ਪ੍ਰਤੀ ਯੂਨਿਟ ਦਿੰਦੇ ਸੀ ਅਸੀਂ ਘਰੇਲੂ ਬਿਜਲੀ। ਅੱਜ ਕਾਂਗਰਸ ਦੀ ਸਰਕਾਰ 'ਚ 11 ਰੁਪਏ ਘਰੇਲੂ ਯੂਨਿਟ ਦਿੱਤਾ ਜਾ ਰਿਹਾ ਪ੍ਰਤੀ ਯੂਨਿਟ। ਕਾਂਗਰਸ ਦੇ ਮਿਨਿਸਟਰ, ਕਦੀ ਕਾਂਗਰਸ ਦੇ MLA ਕਦੀ ਬੋਲੇ ਨਸ਼ੇ ਦੇ ਉੱਤੇ। ਨਜਾਇਜ਼ ਮਾਈਨਿੰਗ ਹੋ ਰਹੀ ਹੈ, ਕਿੱਦਾਂ ਇਹਨਾਂ ਦੇ ਆਪਣੇ MLA ਨਜਾਇਜ਼ ਮਾਈਨਿੰਗ ਕਰ ਰਹੇ। ਰਾਮਾ ਮੰਡੀ ਚੌਂਕ ਕੋ ਜਾਈਏ ਨਾ, ਜਦੋਂ ਆਪਾਂ, ਇੱਕ ਉੱਥੇ ਲੱਗਾ 5600 ਕਿੰਨੇ ਸਕੂਲ, ਆਪਣੀ ਫੋਟੋ ਲਾਈ ਹੈ ਕੈਪਟਨ ਨੇ ਵੀ ਮੈਂ ਸਮਾਰਟ ਬਣਾ, ਪਰ ਉਹਦੇ ਪਿੱਛੇ ਤਾਕਤ ਕਿਹਦੀ ਆ, ਮਦਦ ਕਿਹਦੀ ਆ? ਦੀ TV NRI ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਹਲਕਾ ਆਦਮਪੁਰ ਦੇ MLA ਸ੍ਰੀ ਪਵਨ ਕੁਮਾਰ ਟੀਨੂ ਜੀ ਦੇ ਕੋਲ ਪਹੁੰਚੇ ਹੋਏ ਹਾਂ। ਆਪਾਂ ਉਹਨਾਂ ਦੇ ਨਾਲ ਵਿਕਾਸ ਦੇ ਮੁੱਦੇ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦੀ ਨਾਲ ਜੋ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਘਮਸਾਨ ਚੱਲ ਰਿਹਾ ਹੈ ਉਸ ਦੇ ਬਾਰੇ ਵੀ ਇਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡੀ ਤਾਂ ਇਹੀ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਆਪਣੇ ਵਿਧਾਨਕਾਰ ਨੇ, ਆਪਣੇ MP ਨੇ, ਉਹ ਲੋਕਾਂ ਦੀ ਆਵਾਜ਼ ਬਣਨ, ਲੋਕਾਂ ਦੀ ਗੱਲ ਕਰਨ ਤੇ ਵੱਧ ਤੋਂ ਵੱਧ ਜਿਹੜਾ ਪੰਜਾਬ ਦਾ ਵਿਕਾਸ ਹੋਵੇ। ਤੇ ਇਹਨਾਂ ਗੱਲਾਂ ਤੇ ਅੱਜ ਅਸੀਂ ਜਿਹੜੀ ਚਰਚਾ ਵਾ ਭਾਈ ਸਾਹਿਬ ਹੁਣਾਂ ਦੇ, MLA ਸਾਹਿਬ ਹੁਣਾਂ ਦੇ ਨਾਲ ਕਰਾਂਗੇ। ਤੇ ਆਓ ਆਪਾਂ ਪਵਨ ਕੁਮਾਰ ਟੀਨੂ ਜੀ ਦੇ ਨਾਲ ਗੱਲਬਾਤ ਸਾਂਝੀ ਕਰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਤੁਹਾਡਾ ਵੀ TV NRI ਦੀ ਸਾਰੀ ਟੀਮ ਦਾ ਧੰਨਵਾਦ ਜੀ। ਟੀਨੂ ਜੀ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਵਾਂ ਕਿ ਤੁਸੀਂ ਦੂਸਰੀ ਵਾਰ ਹੁਣ MLA ਬਣੇ ਹੋ ਤੇ ਤੁਹਾਡੇ ਜਿਹੜਾ ਹਲਕਾ ਆਦਮਪੁਰ ਆ ਉਹਦੇ ਵਿਕਾਸ ਦੇ ਹਾਲਾਤ ਕਿਹੋ ਜਿਹੇ ਨੇ? ਦੇਖੋ, 4.5 ਸਾਲ ਤਾਂ ਹੁਣ ਕਾਂਗਰਸ ਦਾ ਰਾਜ ਚੱਲ ਰਿਹਾ ਤੇ 4.5 ਸਾਲਾਂ 'ਚ ਤੁਸੀਂ ਵੀ ਜਾ ਕੇ ਵੇਖ ਸਕਦੇ ਆ, ਇੱਕ ਵੀ ਕੋਈ ਵਿਕਾਸ ਦਾ ਵਿਸ਼ੇਸ਼ ਕਾਰਜ ਨਹੀਂ ਹੋਇਆ ਜੀ। ਬਲਕਿ ਮੈਂ ਕਹਿਣਾ ਚਾਹੂੰਗਾ ਕਿ ਜਿਹੜਾ ਫਲਾਈਓਵਰ ਬਣ ਰਿਹਾ ਆਦਮਪੁਰ, ਉਹ 18 ਮਹੀਨਿਆਂ 'ਚ ਪੂਰਾ ਹੋਣਾ ਸੀ। ਉਹਦਾ ਕੰਮ 2016 'ਚ ਸ਼ੁਰੂ ਹੋਇਆ ਸੀ ਤੇ ਹੁਣ 2021 ਚੱਲ ਰਿਹਾ ਤੇ ਉਹ ਵੀ ਹਾਲੇ ਮੇਰਾ ਖਿਆਲ ਨਹੀਂ ਵੀ 40% ਉਹਦਾ ਕੰਮ ਕੰਪਲੀਟ ਹੋਇਆ ਹੋਵੇ। ਬਹੁਤ ਤਕਲੀਫ ਆ ਲੋਕਾਂ ਨੂੰ। ITI ਸਾਡੀ ਸਰਕਾਰ 'ਚ ਬਣਾਈ ਗਈ ਸੀ ਜੀ। ਉਸ ਇਲਾਕੇ ਦੇ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਦੇਣ ਵਾਸਤੇ, ਸਕਿਲਡ ਕਰਨ ਵਾਸਤੇ, ਹੁਨਰਮੰਦ ਕਰਨ ਵਾਸਤੇ। ਉਹ ਮੈਨੂੰ ਬੜਾ ਦੁੱਖ ਆ ਕਿ ਉਹ ਜਦੋਂ ਨਵੀਂ ਸਰਕਾਰ ਆਈ, ਉਹਨਾਂ ਨੇ ਬਦਲਾ ਲਊ ਭਾਵਨਾ ਨਾਲ ਉਸ ITI ਨੂੰ ਬੰਦ ਕਰ ਦਿੱਤਾ। ਸ਼ੂਗਰ ਮਿਲ ਭੋਗਪੁਰ ਸਾਡੀ ਸਰਕਾਰ 'ਚ ਅਸੀਂ ਉਹਦਾ ਕੰਮ ਸ਼ੁਰੂ ਕਰਵਾਇਆ ਸੀ, ਪੈਸੇ ਲੈ ਕੇ ਦਿੱਤੇ, ਉਹਦਾ ਪ੍ਰੋਜੈਕਟ ਕਲੀਅਰ ਕਰਾਇਆ, ਉਹਦੇ ਟੈਂਡਰ ਲਾਏ, ਉਹਦਾ ਜਿਹੜਾ ਪੈਸਾ ਸੀ ਸ਼ੂਗਰ ਫੈਡ ਕੋਲੋਂ, ਪੰਜਾਬ ਗਵਰਨਮੈਂਟ ਕੋਲੋਂ, ਕੋਆਪਰੇਟਿਵ ਡਿਪਾਰਟਮੈਂਟ ਕੋਲੋਂ ਲੈ ਕੇ ਦਿੱਤਾ। ਲੇਕਿਨ ਬੜਾ ਜ਼ੋਰ ਪਾ ਕੇ ਅਸੀਂ ਉਹ ਸ਼ੁਰੂ ਕਰਵਾਈ ਤਾਂ ਹੈ ਸ਼ੂਗਰ ਮਿੱਲ, ਲੇਕਿਨ ਉਹ ਵੀ ਪ੍ਰਾਈਵੇਟ ਮਿੱਲਾਂ ਵਾਲਿਆਂ ਦਾ ਬਹੁਤ ਵੱਡਾ ਪ੍ਰੈਸ਼ਰ ਆ, ਉਹ ਉਹਨੂੰ ਚੰਗੀ ਤਰ੍ਹਾਂ ਚੱਲਣ ਨਹੀਂ ਦਿੰਦੇ ਤੇ ਕਿਸਾਨਾਂ ਦਾ ਨੁਕਸਾਨ ਹੁੰਦਾ। ਇੱਦਾਂ ਦੇ ਅਨੇਕਾਂ ਕਮਿਊਨਿਟੀ ਹਾਲ ਹੈ। ਇੱਕ ਮੈਰਿਜ ਪੈਲੇਸ ਅਸੀਂ ਬਣਾਇਆ ਸੀ ਲਾਵਲਪੁਰ 'ਚ, ਉਹਦਾ ਵੀ 70% ਕੰਪਲੀਟ ਹੋਇਆ, ਉਹ ਵੀ ਨਹੀਂ ਪੂਰਾ ਹੋਇਆ 4.5 ਸਾਲਾਂ 'ਚ। ਅਨੇਕਾਂ ਕੰਮ ਆ
ਬਲਕਿ ਪਿਛਲੀ ਸਰਕਾਰ ਦੇ ਦਿੱਤੇ ਹੋਏ ਫੰਡਾਂ ਨਾਲ ਹੀ ਹੁਣ ਤੱਕ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਕੰਮ ਚੱਲ ਰਹੇ ਆ। ਮੌਕੇ ਦੀ ਕਾਂਗਰਸ ਸਰਕਾਰ ਨੇ ਡਿਵੈਲਪਮੈਂਟ ਵਾਸਤੇ ਕੋਈ ਫੰਡ ਨਹੀਂ ਦਿੱਤੇ ਤਾਂ ਧਿਆਨ ਨਹੀਂ ਦਿੱਤਾ। ਇਸ ਵੇਲੇ ਬਹੁਤ ਸਾਰੇ ਕੰਮ ਹੋਣ ਵਾਲੇ ਆ, ਲੇਕਿਨ ਸਰਕਾਰ ਦਾ ਕੋਈ ਧਿਆਨ ਨਾ ਹੋਣ ਕਰਕੇ ਉਹ ਕੰਮ ਨਹੀਂ ਹੋ ਰਹੇ। ਐਮਐਲਏ ਸਾਹਿਬ, ਮੈਂ ਇੱਕ ਗੱਲ ਜਾਣਨੀ ਚਾਹੁੰਦਾ, ਜਿਸ ਤਰ੍ਹਾਂ ਪਾਰਲੀਮੈਂਟ ਦੇ ਮੈਂਬਰ ਨੇ, ਐਮਪੀ ਨੇ, ਉਹਨਾਂ ਨੂੰ ਇੱਕ ਕੋਟਾ ਦਿੱਤਾ ਜਾਂਦਾ, ਭਾਵੇਂ ਸਰਕਾਰ ਦੇ ਵਿੱਚ ਉਹਨਾਂ ਦੀ ਹੋਵੇ ਤੇ ਭਾਵੇਂ ਨਾ ਹੋਵੇ। ਕੋਈ ਇਸ ਤਰ੍ਹਾਂ ਦੀ ਕੋਈ ਤੈਅ ਨਹੀਂ ਹੈ ਵੀ ਜਿਹੜਾ ਐਮਐਲਏ ਹੈਗਾ ਉਹਨੂੰ ਭਾਵੇਂ ਉਹ ਵਿਰੋਧੀ ਧਿਰ ਦਾ ਹੀ ਆ, ਕਿ ਉਹਦੇ ਹਲਕੇ ਦੇ ਵਿਕਾਸ ਵਾਸਤੇ ਕੋਈ ਵਿਸ਼ੇਸ਼ ਫੰਡ ਕੋਈ ਨਿਯੁਕਤ ਕੀਤੇ ਹੋਏ ਨੇ? ਪੰਨੂ ਸਾਹਿਬ, ਮੈਂ ਨਾ ਗੱਲਾਂ ਸਿੱਧੀਆਂ ਕਰਦਾ ਹੁੰਦਾ ਜੀ। ਦੇਖੋ, ਕੇਂਦਰ ਸਰਕਾਰ ਦੇ ਵਿੱਚ ਇੱਕ ਲਾਅ ਆ ਕਿ ਜਿਹੜਾ ਵੀ ਐਮਪੀ ਚੁਣ ਕੇ ਆ ਗਿਆ, ਚਾਹੇ ਉਹ ਆਜ਼ਾਦ ਕਿਉਂ ਨਾ ਹੋਵੇ, ਉਹਨੂੰ 5 ਕਰੋੜ ਰੁਪਈਆ ਸਾਲ ਦਾ ਐਮਪੀ ਲਾਡ ਮਿਲਦਾ। ਉਹ ਜਿੱਥੇ ਮਰਜ਼ੀ ਆਪਣੇ ਹਲਕੇ 'ਚ ਉਹ ਡਿਵੈਲਪਮੈਂਟ ਦੇ ਕੰਮਾਂ ਤੇ ਲਵਾ ਸਕਦਾ। 5 ਸਾਲਾਂ ਦਾ 25 ਕਰੋੜ ਹੋ ਗਿਆ। ਇਸ ਤੋਂ ਇਲਾਵਾ ਵੀ ਐਮਪੀ ਆਪਣੇ ਹਲਕੇ ਵਾਸਤੇ ਕੋਈ ਪ੍ਰੋਜੈਕਟ ਬਣਾ ਕੇ ਕੇਂਦਰ ਸਰਕਾਰ ਨੂੰ ਦੇ ਸਕਦਾ। ਉਹ ਪ੍ਰੋਜੈਕਟ ਜੇ ਵਾਇਬਲ ਹੋਵੇ, ਜਾਇਜ਼ ਹੋਵੇ, ਤਾਂ ਉਹ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਗੋ ਹੈਡ ਕਹਿ ਦਿੰਦੀ ਵੀ ਕਰਾ ਲਓ, ਉਹ ਵੱਖਰਾ ਪੈਸਾ ਅਸੀਂ ਦੇ ਦਿੰਦੇ ਜੀ। ਲੇਕਿਨ ਹੁਣ ਆਪਾਂ ਪੰਜਾਬ 'ਤੇ ਆਉਂਦੇ ਹਾਂ। ਪੰਜਾਬ 'ਚ ਐਮਐਲਏ ਜੇ ਅਗਰ ਆਪੋਜੀਸ਼ਨ ਪਾਰਟੀ ਦਾ, ਤਾਂ ਉਹਨੂੰ 1 ਰੁਪਈਆ ਵੀ ਉਹਦਾ ਕੋਈ ਡਿਵੈਲਪਮੈਂਟ ਫੰਡ ਨਹੀਂ ਦਿੱਤਾ ਜਾਂਦਾ। ਜੇ ਉਹ ਕੋਈ ਪ੍ਰੋਜੈਕਟ ਤਿਆਰ ਕਰਕੇ ਕੋਈ ਰਿਕਮੈਂਡ ਕਰਕੇ ਭੇਜੇ ਸਟੇਟ ਗੌਰਮੈਂਟ ਨੂੰ, ਬਈ ਇੱਥੇ ਡਿਸਪੈਂਸਰੀ ਬਣਨ ਵਾਲੀ ਆ, ਇੱਥੇ ਸਕੂਲ ਅਪਗ੍ਰੇਡ ਹੋਣ ਵਾਲਾ ਆ, ਆਹ ਸੜਕ ਬਣਨ ਵਾਲੀ ਆ, ਆਹ ਪਾਣੀ ਦੀ ਟੈਂਕੀ ਚਾਹੀਦੀ, ਇੱਥੇ ਕੋਈ ਵੀ ਕੰਮ, ਉਹ ਕੰਮ ਸਟੇਟ ਗੌਰਮੈਂਟ ਕਰਨ ਦੀ ਬਜਾਏ ਉਹਨੂੰ ਸਗੋਂ ਰੋਕ ਦਿੰਦੀ ਹੈ। ਇੱਥੇ ਤੱਕ ਮੈਂ ਟੀਵੀ ਐਨਆਰਆਈ ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ 'ਚ ਤਾਂ ਇੱਦਾਂ ਦਾ ਬੁਰਾ ਹਾਲ ਆ ਕਿ ਜੇ ਇੱਕ ਆਪੋਜੀਸ਼ਨ ਪਾਰਟੀ ਦਾ ਐਮਐਲਏ ਕਿਸੇ ਦਾ ਇੱਕ ਬਲੂ ਕਾਰਡ, ਜਿਹਦੇ ਵਿੱਚ ਗਰੀਬਾਂ ਨੂੰ 2 ਰੁਪਏ ਕਿਲੋ ਕਣਕ ਮਿਲਦੀ ਆ, ਜੇ ਉਹਦੇ ਫਾਰਮ ਦੇ ਉੱਤੇ ਵੀ ਰਿਕਮੈਂਡ ਕਰ ਦੇਵੇ, ਤਾਂ ਉਹ ਵੀ ਮੌਕੇ ਦੀ ਸਰਕਾਰ ਦੇ ਲੀਡਰ ਜਿਹੜੇ ਆ ਉਹਨੂੰ ਕੰਮ ਨੂੰ ਰੋਕ ਦਿੰਦੇ ਆ। ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ ਪਹਿਲੀ ਵਾਰੀ, ਬਈ ਰੂਲਿੰਗ ਪਾਰਟੀ ਦੇ ਜਿਹੜੇ ਲੀਡਰ ਹੋਣਗੇ, ਚਾਹੇ ਉਹ ਐਮਐਲਏ ਹਾਰੇ ਆ ਤੇ ਚਾਹੇ ਉਹ ਐਮਐਲਏ ਜਿੱਤੇ ਆ, ਪਰ ਰੂਲਿੰਗ ਪਾਰਟੀ ਦੇ ਕਾਂਗਰਸ ਦੇ, ਉਹ ਇੱਕ ਸਟਿੱਕਰ ਜਾਰੀ ਕਰਦੇ ਆ। ਉਹ ਸਟਿੱਕਰ ਲੱਗਦਾ ਆ, ਫਿਰ ਪੈਨਸ਼ਨ ਲੱਗਦੀ ਆ ਓਲਡ ਏਜ, ਫਿਰ ਵਿਧਵਾ ਪੈਨਸ਼ਨ ਲੱਗਦੀ ਆ, ਫਿਰ ਉਹਦਾ ਬਲੂ ਕਾਰਡ ਬਣਦਾ। ਇਹ ਪਹਿਲੀ ਵਾਰ ਦੇਸ਼ 'ਚ, ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਇਹ ਕੰਮ ਸ਼ੁਰੂ ਹੋਇਆ, ਜਿਹੜਾ ਬਹੁਤ ਨਿੰਦਨੀय ਹੈ ਔਰ ਬਹੁਤ ਅਫਸੋਸਨਾਕ ਹੈ। ਇਸ ਤਰ੍ਹਾਂ ਲੋਕਾਂ ਦੀਆਂ ਜਿਹੜੀਆਂ ਸਕੀਮਾਂ, ਪਬਲਿਕ ਸਕੀਮ ਜਿਹੜੀਆਂ ਹੁੰਦੀਆਂ, ਵੈਲਫੇਅਰ ਸਕੀਮ ਹੈ, ਉਹਨਾਂ ਦਾ ਇੱਦਾਂ ਸਿਆਸੀਕਰਨ ਨਹੀਂ ਹੋਣਾ ਚਾਹੀਦਾ, ਕਾਣੀ ਵੰਡ ਨਹੀਂ ਹੋਣੀ ਚਾਹੀਦੀ। ਇਸ ਕਰਕੇ ਲੋਕਾਂ 'ਚ ਬੜਾ ਇਸ ਵੇਲੇ ਅਫਸੋਸ ਵੀ ਆ ਅਤੇ ਗੁੱਸਾ ਵੀ ਆ ਜੀ। ਬਿਲਕੁਲ ਜੀ, ਅਜਿਹੀਆਂ ਜਿਹੜੀਆਂ ਗੱਲਾਂ ਸਿਆਸਤ ਦੇ ਵਿੱਚ ਆ ਚੁੱਕੀਆਂ ਨੇ, ਇਹ ਨਹੀਂ ਹੋਣੀਆਂ ਚਾਹੀਦੀਆਂ। ਪੰਜਾਬ ਦਾ ਸਾਵਾਂ ਵਿਕਾਸ ਹੋਣਾ ਚਾਹੀਦਾ। ਜਿੱਥੇ ਵੀ ਜਿਹੜੀ ਚੀਜ਼ ਦੀ ਲੋੜ ਆ, ਉਹ ਜਿਹੜੀ ਆ ਪੂਰੀ ਹੋਣੀ ਚਾਹੀਦੀ, ਭਾਵੇਂ ਉੱਥੋਂ ਐਮਐਲਏ ਵਿਰੋਧੀ ਧਿਰ ਦਾ ਹੋਵੇ, ਭਾਵੇਂ ਆਜ਼ਾਦ ਹੋਵੇ, ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ। ਜਿਸ ਤਰ੍ਹਾਂ ਐਮਪੀ ਕੋਟਾ ਦਿੱਤਾ ਜਾਂਦਾ ਹੈ ਵਿਕਾਸ ਵਾਸਤੇ, ਅਤੇ ਇਸ ਤਰ੍ਹਾਂ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੇ ਵਿੱਚ ਵੀ ਅਜਿਹਾ ਜਿਹੜਾ ਵਾ ਕਾਨੂੰਨ ਆ ਪਾਸ ਹੋਣਾ ਚਾਹੀਦਾ ਕਿ ਜਿਹਦੇ ਵਿੱਚ ਐਮਐਲਏਆਂ ਨੂੰ, ਸਾਹਿਬਾਨਾਂ ਨੂੰ ਕੋਈ ਵਿਸ਼ੇਸ਼ ਫੰਡ ਹਰ ਸਾਲ ਦਿੱਤਾ ਜਾਵੇ, ਤਾਂ ਕਿ ਉਹ ਆਪਣੇ ਹਲਕੇ ਦਾ ਵਿਕਾਸ ਕਰਾ ਸਕਣ, ਕਿਉਂਕਿ ਉਹ ਲੋਕਾਂ ਨੂੰ ਜਵਾਬਦੇਹ ਨੇ। ਅਤੇ ਟੀਨੂ ਜੀ, ਤੁਹਾਡਾ ਜਿਹੜਾ ਇਲਾਕਾ ਵਾ, ਦੁਆਬੇ ਦਾ ਇਲਾਕਾ ਵਾ, ਇਹਦੇ ਵਿੱਚ ਐਨਆਰਆਈ ਵੀਰਾਂ ਦਾ ਬਹੁਤ ਪ੍ਰਭਾਵ ਆ, ਅਤੇ ਕਿਸ ਤਰ੍ਹਾਂ ਦੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ, ਕਿਉਂਕਿ ਸਰਕਾਰ ਨੇ ਇਹ ਵੀ ਕਿਹਾ ਵੀ ਜੇ ਉੱਧਰ ਰਹਿੰਦੇ ਨੇ ਇੱਧਰ ਵੋਟ ਵੀ ਬਣਾ ਸਕਦੇ ਨੇ, ਅਤੇ ਜਿਹੜੇ ਐਨਆਰਆਈ ਵੀਰ ਨੇ ਉਸਦਾ ਆਦਮਪੁਰ ਦੀ ਸੀਟ 'ਤੇ ਕਿੰਨਾ ਕੁ ਪ੍ਰਭਾਵ ਹੈ? ਐਨਆਰਆਈ ਭਰਾਵਾਂ ਦਾ ਤਾਂ ਪੂਰੇ ਪੰਜਾਬ 'ਚ ਹੀ, ਖਾਸ ਕਰ ਦੁਆਬੇ 'ਚ ਬਹੁਤ ਵੱਡਾ ਪ੍ਰਭਾਵ ਆ ਹਰ ਪੱਖੋਂ। ਉਹਨਾਂ ਦਾ ਯੋਗਦਾਨ ਵੀ ਬਹੁਤ ਆ, ਅਤੇ ਪਿੰਡਾਂ 'ਚ ਸਕੂਲ ਬਣਾਉਣੇ, ਗਰਾਊਂਡਾਂ, ਸਟੇਡੀਅਮ ਬਣਾਉਣੀਆਂ, ਹਸਪਤਾਲ, ਗਰੀਬਾਂ ਦੀ ਮਦਦ, ਧਾਰਮਿਕ ਪ੍ਰੋਗਰਾਮਾਂ 'ਚ ਬਹੁਤ ਵੱਡਾ, ਟੂਰਨਾਮੈਂਟਾਂ 'ਚ ਬਹੁਤ ਵੱਡਾ ਯੋਗਦਾਨ ਐਨਆਰਆਈ ਭਰਾ ਪਾਉਂਦੇ ਆ। ਅਤੇ ਤੁਹਾਨੂੰ ਯਾਦ ਹੋਊਗਾ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਉਦੋਂ ਐਨਆਰਆਈ ਸੰਮੇਲਨ ਵੀ ਹੁੰਦੇ ਸੀ। ਹਰ ਸਾਲ ਹੁੰਦਾ ਸੀ। ਉਦੋਂ ਹਰ ਸਾਲ ਐਨਆਰਆਈ ਉੱਧਰੋਂ ਜਿਹੜੇ ਸਾਡੇ ਐਨਆਰਆਈ ਪ੍ਰੈਸ ਦੇ ਮੈਂਬਰ ਆ, ਉਹ ਵੀ ਆਉਂਦੇ ਸੀ,
ਪੋਲੀਟੀਕਲ ਲੋਕ ਆਉਂਦੇ ਸੀ, ਕਾਰੋਬਾਰੀ ਲੋਕ ਆਉਂਦੇ ਸੀ, ਸਟੂਡੈਂਟ ਆਉਂਦੇ ਸੀ ਦੇਖਣ ਵਾਸਤੇ ਆਪਣੀਆਂ ਜੜ੍ਹਾਂ ਨੂੰ। ਸੰਮੇਲਨ ਹੁੰਦਾ ਸੀ, ਆਦਾਨ ਪ੍ਰਦਾਨ ਹੁੰਦਾ ਸੀ ਨੌਲੇਜ ਦਾ। ਅਤੇ ਉਸ ਵੇਲੇ ਬਾਦਲ ਸਾਹਿਬ ਦੀ ਅਗਵਾਈ 'ਚ ਵੱਖਰੇ ਥਾਣੇ ਵੀ ਬਣੇ, ਵੱਖਰੀਆਂ ਫਾਸਟ ਟਰੈਕ ਅਦਾਲਤਾਂ ਵੀ ਬਣੀਆਂ। NRI ਸੱਜਣਾ ਦੇ ਹੁਕਮ 'ਤੇ ਹੀ ਉਸ ਵੇਲੇ ਸਾਡੀ ਸਰਕਾਰ ਨੇ ਜ਼ਮੀਨਾਂ ਦਾ ਸਾਰਾ ਜਿਹੜਾ ਰੈਵਨਿਊ ਰਿਕਾਰਡ ਸੀ ਉਹ ਕੰਪਿਊਟਰਾਈਜ਼ ਕੀਤਾ। ਹਾਲਾਂਕਿ ਉਦੋਂ ਕਈ ਬੰਦੇ ਉਸ ਵੇਲੇ ਕਹਿੰਦੇ ਹੁੰਦੇ ਸੀ ਇਹ ਹੋ ਹੀ ਨਹੀਂ ਸਕਦਾ, ਵੀ ਰੈਵਨਿਊ ਰਿਕਾਰਡ ਨਹੀਂ ਹੋ ਸਕਦਾ ਕੰਪਿਊਟਰਾਈਜ਼, ਲੇਕਿਨ ਉਸ ਵੇਲੇ ਸਾਡੀ ਸਰਕਾਰ ਨੇ ਕਰਕੇ ਦਿਖਾਇਆ। ਅੱਜ NRI ਪਰਿਵਾਰ ਵਿਦੇਸ਼ਾਂ 'ਚ ਬੈਠ ਕੇ ਕੰਪਿਊਟਰ ਆਨਲਾਈਨ ਜਾ ਕੇ ਕੰਪਿਊਟਰ ਦੇ 2 ਕਲਿੱਕਾਂ 'ਤੇ ਜਾ ਕੇ ਆਪਣਾ ਖਾਤਾ ਦੇਖ ਸਕਦੇ ਆ ਵੀ ਮੇਰੇ ਖਾਤੇ ਦੀ ਕਿੰਨੀ ਜ਼ਮੀਨ ਹੈ। ਬਹੁਤ ਸਾਰੇ ਅਸੀਂ ਕੰਮ ਕਰ ਸਕੇ NRI ਭਰਾਵਾਂ ਦੇ ਵਾਸਤੇ, ਕਾਨੂੰਨ ਵੱਖਰੇ ਬਣਾਏ। NRI ਭਰਾਵਾਂ ਦੀਆਂ ਪ੍ਰਾਪਰਟੀਆਂ ਇੱਥੇ ਦੱਬ ਲਈਆਂ ਜਾਂਦੀਆਂ ਸੀ, ਉਹਦੇ ਵਾਸਤੇ ਅਸੀਂ ਲਾਅ ਵੱਖਰੇ ਬਣਾਏ, ਵੱਖਰੇ ਥਾਣੇ ਤਿਆਰ ਕੀਤੇ, ਸੈਕਸ਼ਨ ਬਣਾਏ, ਸੈੱਲ ਬਣਾਏ, ਜਿਹੜੇ ਅੱਜ ਵੀ ਕੰਮ ਕਰ ਰਹੇ ਆ। ਅਤੇ ਇਹ NRI ਨੂੰ ਅਸੀਂ ਕਦੀ ਵੀ ਪੰਜਾਬ 'ਚ ਕਿਸੇ ਵੀ ਪੱਖੋਂ, ਚਾਹੇ ਉਹ ਪੋਲੀਟੀਕਲ ਪੱਖ ਆ, ਚਾਹੇ ਡਿਵੈਲਪਮੈਂਟ ਪੱਖ ਆ, ਸਮਾਜਿਕ ਪੱਖ, ਕਦੀ ਅਲੱਗ ਕਰ ਹੀ ਨਹੀਂ ਸਕਦੇ। NRI ਸੱਜਣਾ ਦਾ, ਭਰਾਵਾਂ ਦਾ ਇੰਨਾ ਯੋਗਦਾਨ ਆ। ਅੱਜ ਵੀ ਉਹ ਨਹੀਂ ਦੇਖਦੇ ਕਿਹੜੀ ਪਾਰਟੀ ਦੀ ਸਰਕਾਰ ਆ, ਉਹ ਅੱਜ ਵੀ ਸਰਕਾਰਾਂ ਦੀ ਮਦਦ ਕਰਦੇ ਆ। ਹੁਣ ਤੁਸੀਂ ਦੇਖੋ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਕਲੇਮ ਕਰਦੇ ਆ ਕਿ ਮੈਂ 6000 ਸਕੂਲ, ਸਮਾਰਟ ਸਕੂਲ ਬਣਾਤਾ। ਬੋਰਡ ਉਹਨਾਂ ਨੇ ਆਪਣੇ ਲਾਤੇ ਉੱਥੇ ਸ਼ਹਿਰਾਂ 'ਚ, ਤੁਸੀਂ ਦੇਖਿਆ ਹੋਣਾ, ਰਾਮਾ ਮੰਡੀ ਚੌਂਕ ਕੋ ਜਾਈਏ ਨਾ ਜਦੋਂ ਆਪਾਂ, ਇੱਕ ਉੱਥੇ ਲੱਗਾ 5600 ਕਿੰਨੇ ਸਕੂਲ, ਆਪਣੀ ਫੋਟੋ ਲਾਈ ਹੈ ਕੈਪਟਨ ਨੇ ਵੀ ਮੈਂ ਸਮਾਰਟ ਬਣਾਤੇ। ਪਰ ਉਹਦੇ ਪਿੱਛੇ ਤਾਕਤ ਕਿਹਦੀ ਆ, ਮਦਦ ਕਿਹਦੀ ਆ? ਉਹ NRI ਆ। ਉਹਨਾਂ ਦਾ ਵੇਰਵਾ ਨਹੀਂ ਪਾਇਆ। ਉਹਨਾਂ ਵਿਚਾਰਿਆਂ ਨੇ, NRIਆਂ ਨੇ ਪੈਸੇ ਦਿੱਤੇ, ਜਾਂ ਸਕੂਲਾਂ ਦੇ ਟੀਚਰਸ ਨੇ, ਹੈਡਮਾਸਟਰਸ ਨੇ, ਮਾਸਟਰਨੀਆਂ ਨੇ, ਉਹਨਾਂ ਨੇ ਇਕੱਠੇ ਹੋ ਕੇ ਮਿਹਨਤ ਕਰਕੇ ਪਿੰਡ ਵਿੱਚੋਂ ਪੈਸਾ ਇਕੱਠਾ ਕਰਕੇ ਸਕੂਲਾਂ ਨੂੰ ਰੰਗ ਰੋਗਨ ਕਰਾਇਆ ਜਾਂ ਬੂਟੇ ਲਵਾਏ, ਗਮਲੇ ਲਿਆਂਦੇ, ਤਾਂ ਉਹਨਾਂ ਦਾ ਯੋਗਦਾਨ ਹੈ। ਅਤੇ ਸਰਕਾਰ ਕਲੇਮ ਕਰਦੀ ਆ ਬੜੀ ਬੇਸ਼ਰਮੀ ਨਾਲ ਕਿ ਅਸੀਂ ਸਮਾਰਟ ਸਕੂਲ ਬਣਾਤੇ। ਇਹਦੇ ਵਿੱਚ 90% ਯੋਗਦਾਨ NRI ਭਰਾਵਾਂ ਦਾ। ਅਤੇ ਹੁਣ ਜਿਹੜੀਆਂ 22 ਦੀਆਂ ਇਲੈਕਸ਼ਨਾਂ ਹੋਣਗੀਆਂ ਜੀ, NRI ਵੀਰਾਂ ਤੋਂ ਤੁਸੀਂ ਕਿਹੋ ਜਿਹੀ ਆਸ ਰੱਖਦੇ ਹੋ ਵੀ ਕਿਸ ਤਰ੍ਹਾਂ ਦਾ ਉਹਨਾਂ ਨੂੰ ਉਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਵਾ ਰੋਲ ਨਿਭਾਉਣਾ ਚਾਹੀਦਾ? ਮੈਂ NRI ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਦੇਖੋ, ਜਿੱਥੇ ਤੁਸੀਂ ਰਹਿੰਦੇ ਹੋ, ਅਮਰੀਕਾ, ਕੈਨੇਡਾ ਜਾਂ ਦੂਸਰੇ ਡਿਵੈਲਪ ਮੁਲਕਾਂ 'ਚ, ਸਾਨੂੰ ਉੱਥੇ ਪਹੁੰਚਣ ਵਾਸਤੇ ਬੜੀ ਮਿਹਨਤ ਕਰਨ ਦੀ ਲੋੜ ਆ। ਸਾਨੂੰ ਤੁਹਾਡਾ ਸਾਥ ਵੀ ਚਾਹੀਦਾ ਆ, ਤੁਹਾਡੀ ਗਾਈਡੈਂਸ ਵੀ ਚਾਹੀਦੀ ਹੈ। ਆਪਾਂ ਰਾਤੋਂ ਰਾਤ ਨਹੀਂ ਇਹਨੂੰ, ਇੰਡੀਆ ਨੂੰ ਜਾਂ ਪੰਜਾਬ ਨੂੰ ਆਪਾਂ ਕੈਨੇਡਾ ਦੇ ਟੋਰਾਂਟੋ ਦੇ ਬਰਾਬਰ ਜਾਂ VC ਦੇ ਬਰਾਬਰ ਕਰ ਸਕਦੇ। ਸਾਨੂੰ ਮਿਹਨਤ ਕਰਨੀ ਪੈਣੀ। ਕੁਛ ਕੰਮ ਹੋਏ ਆ ਸਾਡੀ ਸਰਕਾਰ 'ਚ। ਦੇਖੋ, ਤੁਸੀਂ ਯਾਦ ਕਰੋ, ਸਾਡੇ ਬਾਹਰੋਂ ਮਈ, ਜੂਨ, ਜੁਲਾਈ 'ਚ ਕਦੀ ਕੋਈ ਸਾਡੇ ਰਿਸ਼ਤੇਦਾਰ ਬਾਹਰੋਂ ਨਹੀਂ ਆਉਂਦੇ ਹੁੰਦੇ ਸੀ। ਉਹ ਕਹਿੰਦੇ ਸੀ ਤੁਹਾਡੇ ਤਾਂ ਇੱਥੇ ਬੱਤੀ ਨਹੀਂ ਆਉਣੀ, ਅਸੀਂ ਤਾਂ ਨਿਆਣੇ ਲੈ ਕੇ ਨਹੀਂ ਆਉਣੇ ਗਰਮੀਆਂ 'ਚ, ਗਰਮੀ ਬਹੁਤ ਆ, ਤੁਹਾਡੇ ਤਾਂ 12-12 ਘੰਟੇ 'ਤੇ ਕੱਟ ਲੱਗਦੇ ਆ। ਸਾਡੀ ਸਰਕਾਰ ਨੇ, ਅਕਾਲੀ ਸਰਕਾਰ ਨੇ, ਪਿਛਲੀ ਵਾਰ ਜਦੋਂ ਅਸੀਂ ਆਏ ਸੱਤਾ 'ਚ, ਅਸੀਂ ਪ੍ਰੋਜੈਕਟ ਲਾਏ ਤਲਵੰਡੀ ਸਾਬੋਂ, ਰਾਜਪੁਰੇ, ਅਸੀਂ ਬਿਜਲੀ ਦੇ ਪ੍ਰੋਜੈਕਟ ਲਾਏ। ਬਿਜਲੀ ਅਸੀਂ ਸਰਪਲਸ ਕਰ ਦਿੱਤੀ। ਅੱਜ ਬਿਜਲੀ ਸਾਡੇ ਕੋਲ ਸਰਪਲਸ ਹੈ। ਬਿਜਲੀ ਨਹੀਂ ਜਾਂਦੀ ਹੁਣ, 12-12 ਘੰਟੇ ਲੱਗਦੇ ਸੀ ਕੱਟ। ਮੈਨੂੰ ਯਾਦ ਆ ਜਦੋਂ ਅਸੀਂ ਸਕੂਲਾਂ ਕਾਲਜਾਂ 'ਚ ਵਾਈਦਾ ਸੀ ਤਾਂ ਬੀਬੀਆਂ ਮੰਜੀਆਂ ਡਾਹ ਕੇ ਗਲੀਆਂ 'ਚ ਬੈਠੀਆਂ ਹੁੰਦੀਆਂ ਸੀ, ਪਿੰਡਾਂ 'ਚ ਵੀ ਅਤੇ ਸ਼ਹਿਰਾਂ 'ਚ ਵੀ, ਅਤੇ ਪੱਖੀਆਂ ਹੱਥ 'ਚ ਫੜੀਆਂ ਹੁੰਦੀਆਂ ਸੀ। ਜਨਰੇਟਰਾਂ ਦੀ ਅਤੇ ਇਨਵਰਟਰਾਂ ਦੀ ਸੇਲ ਅਸਮਾਨ 'ਤੇ ਹੁੰਦੀ ਸੀ। ਲੇਕਿਨ ਅੱਜ ਤੁਸੀਂ ਜਰਾ ਜਾ ਕੇ ਦੇਖੋ ਅੱਜ ਬਿਜਲੀ ਦਾ ਹਾਲ ਕੀ ਆ। ਇਹ ਠੀਕ ਆ ਕਿ ਸਾਡੀ ਪ੍ਰੋਡਕਸ਼ਨ ਬਹੁਤ ਆ, ਕਾਰਖਾਨੇ ਅਸੀਂ ਲਾਤੇ, ਲੇਕਿਨ ਹੁਣ ਉਹਦੀ ਮੈਨੇਜਮੈਂਟ ਨਹੀਂ ਹੋ ਰਹੀ। ਹੁਣ ਬਿਜਲੀ ਦੇ ਰੇਟ ਇੰਨੇ ਵਧਾ ਦਿੱਤੇ, ਮੈਨੂੰ ਪਤਾ ਪੰਨੂ ਸਾਹਿਬ ਅਗਲਾ ਸਾਲ ਤੁਸੀਂ ਇਹੀ ਕਰਨਾ ਸੀ ਬਿਜਲੀ ਦੇ ਰੇਟਾਂ ਦਾ ਜੀ। ਸਾਡੇ ਵੇਲੇ 5 ਰੁਪਏ 30 ਪੈਸੇ ਪ੍ਰਤੀ ਯੂਨਿਟ ਦਿੰਦੇ ਸੀ ਅਸੀਂ ਘਰੇਲੂ ਬਿਜਲੀ। ਅੱਜ ਕਾਂਗਰਸ ਦੀ ਸਰਕਾਰ 'ਚ 11 ਰੁਪਏ ਘਰੇਲੂ ਯੂਨਿਟ ਦਿੱਤਾ ਜਾ ਰਿਹਾ ਪ੍ਰਤੀ ਯੂਨਿਟ। ਅਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ 2016 'ਚ ਐਲਾਨ ਕਰਦੇ ਹੁੰਦੇ ਸੀ ਵੀ ਜੇ ਸਾਡੀ ਸਰਕਾਰ ਆਈ ਅਸੀਂ ਅੱਧੇ ਰੇਟ ਕਰ ਦਿਆਂਗੇ ਬਿਜਲੀ ਦੇ, ਯਾਨੀ 5 ਰੁਪਏ 30 ਪੈਸੇ ਤੋਂ ਵੀ 2.5-3 ਰੁਪਏ ਕਰ ਦਿਆਂਗੇ। ਅਤੇ ਉਦੋਂ ਕਹਿੰਦੇ ਸੀ ਅਕਾਲੀ ਸਰਕਾਰ ਕਾਰੋਬਾਰੀਆਂ ਨੂੰ, ਇੰਡਸਟਰੀ ਨੂੰ 6 ਰੁਪਏ ਬਿਜਲੀ ਦੇ ਰਹੀ ਆ। ਮੈਂ ਤੁਹਾਨੂੰ ਇੱਕ ਵੀਡੀਓ ਵੀ ਦਿਖਾਊਂਗਾ, ਉਹਦੇ ਵਿੱਚ ਕਹਿੰਦੇ ਜੀ ਇਹਨਾਂ ਨੂੰ 2 ਰੁਪਏ 30 ਪੈਸੇ ਮਿਲ ਰਹੀ ਆ, ਇਹ 6 ਰੁਪਏ ਵੇਚ ਰਹੇ ਅਕਾਲੀ ਕਾਰੋਬਾਰੀਆਂ ਨੂੰ। ਅਤੇ ਕਹਿੰਦੇ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਇਹਨੂੰ ਅੱਧਾ ਰੇਟ ਕਰ ਦਿਆਂਗੇ, ਯਾਨੀ 3 ਰੁਪਏ ਕਰ ਦਿਆਂਗੇ। ਅਤੇ ਹੁਣ ਜਰਾ ਪੁੱਛੋ ਕੈਪਟਨ ਸਾਹਿਬ ਨੂੰ ਜਾਂ ਕਾਂਗਰਸ ਦੇ MLAs ਨੂੰ ਪੁੱਛੋ ਕੀ ਰੇਟ ਆ।
ਘਰੇਲੂ 11 ਰੁਪਏ, ਜਿਹੜੀ ਇੰਡਸਟਰੀ ਦੀ ਬਿਜਲੀ ਆ ਉਹ ਵੀ 9.5 ਰੁਪਏ 10 ਰੁਪਏ। ਕਿਸੇ ਸੈਕਸ਼ਨ ਨੂੰ ਨਹੀਂ ਇਹਨਾਂ ਨੇ ਬਖਸ਼ਿਆ। ਬਹੁਤ ਬੁਰਾ ਹਾਲ ਆ। ਅਸੀਂ ਚਾਹੁੰਦੇ ਹਾਂ ਵੀ ਸਾਡੇ NRI ਭਰਾ, ਕਿਉਂਕਿ ਇਹ ਉਹਨਾਂ ਦਾ ਘਰ ਆ, ਇਹ ਉਹਨਾਂ ਦੀਆਂ ਜੜ੍ਹਾਂ ਆ, ਨਾਲੇ ਆਪਣਾ ਸੱਭਿਆਚਾਰ ਆ, ਆਪਣਾ ਭਾਈਚਾਰਕ ਸਾਂਝ ਆ, ਆਪਣੀ ਨਿਸ਼ਾਨੀ ਆ ਪੰਜਾਬ, ਆਪਣਾ ਮੂੰਹ ਮੱਥਾ ਆ, ਆਪਣੀ ਸ਼ਾਨ ਆ ਪੰਜਾਬ। ਆਪਾਂ ਇਹਦੇ ਵਾਸਤੇ ਸਾਰੇ ਜਿਹੜੇ ਕੰਮ ਕਰੀਏ। ਠੀਕ ਆ, ਅਸੀਂ 10 ਸਾਲ 'ਚ ਬਹੁਤ ਸਾਰੇ ਕੰਮ ਕੀਤੇ ਆ 2007 ਤੋਂ ਲੈ ਕੇ 17 ਤੱਕ, ਲੇਕਿਨ ਕੁਝ ਨਹੀਂ ਵੀ ਹੋ ਸਕੇ। ਹੋ ਸਕਦਾ ਸਾਡੇ ਕੋਲੋਂ ਕੁਝ ਗਲਤੀਆਂ ਵੀ ਹੋਈਆਂ ਹੋਣਗੀਆਂ, ਕੰਮ ਕਰਦੇ ਹੋ ਜਾਂਦੀਆਂ, ਲੇਕਿਨ ਅਸੀਂ ਪੰਜਾਬ ਲਈ ਹਮੇਸ਼ਾ ਸੁਹਿਰਦ ਰਹੇ ਹਾਂ। ਪੰਜਾਬੀਆਂ ਲਈ, NRI ਭਰਾਵਾਂ ਲਈ ਅਸੀਂ ਹਮਲੇ ਮਾਰਦੇ ਰਹੇ, ਕੋਸ਼ਿਸ਼ਾਂ ਕਰਦੇ ਰਹੇ ਹਾਂ। ਮਹਾਰਾਜ ਉਹਨਾਂ ਕੋਸ਼ਿਸ਼ਾਂ ਨੂੰ ਬੂਰ ਵੀ ਪਾਉਂਦਾ ਰਿਹਾ। ਸਾਨੂੰ ਮਦਦ ਕਰੋ। ਅਕਾਲੀ ਪਾਰਟੀ ਪੰਜਾਬ ਦੀ ਪਾਰਟੀ ਹੈ, ਖੇਤਰੀ ਪਾਰਟੀ ਹੈ, ਜ਼ਿੰਮੇਵਾਰ ਪਾਰਟੀ ਹੈ, ਤੁਹਾਡੇ ਵਿੱਚੋਂ ਪੈਦਾ ਹੋਈ ਹੈ, ਤੁਹਾਡੇ ਸੰਘਰਸ਼ 'ਚੋਂ ਪੈਦਾ ਹੋਈ ਹੈ। ਤੁਹਾਡੇ ਵਾਸਤੇ ਕੰਮ ਕਰਨਾ। ਸਾਨੂੰ ਕੋਈ ਦਿੱਲੀ ਤੋਂ ਪੁੱਛਣ ਦੀ ਲੋੜ ਨਹੀਂ, ਸਾਨੂੰ ਕੋਈ ਬੰਬੇ ਤੋਂ ਪੁੱਛਣ ਦੀ ਲੋੜ ਨਹੀਂ, ਲਖਨਊ ਤੋਂ। ਸੋ ਇਸ ਕਰਕੇ ਅਕਾਲੀ ਦਲ ਨੂੰ ਮਜ਼ਬੂਤ ਕਰੋ, ਅਕਾਲੀ ਦਲ ਦੀ ਮਦਦ ਕਰੋ, ਤਾਂ ਕਿ ਅਗਲੀ ਸਰਕਾਰ ਜਿਹੜੀ 2022 ਦੀ ਬਣਨੀ ਆ ਉਹ ਪੰਜਾਬ 'ਚ, ਹੁਣ ਤੁਸੀਂ ਦੇਖ ਲਓ ਆ ਕਰੋਨਾ ਦੇ ਕਰਕੇ ਕਿੰਨਾ ਆਪਣਾ ਨੁਕਸਾਨ ਹੋ ਗਿਆ, ਅਤੇ ਕਿੰਨੇ ਕਰੋਨਾ ਨਾਲ ਡੈਥਸ ਹੋ ਰਹੀਆਂ, ਕਿੰਨੇ ਕੇਸਿਸ ਆ ਰਹੇ ਆ, ਅਤੇ ਸਾਡਾ ਜਿਹੜਾ ਹੈਲਥ ਇਨਫਰਾਸਟਰਕਚਰ ਆ, ਸਿਹਤ ਸਾਡਾ ਸਿਸਟਮ ਲੜਖੜਾ ਗਿਆ ਸਾਰਾ ਹੀ। ਅਤੇ ਕੋਈ ਨਵਾਂ ਹਸਪਤਾਲ 4.5 ਸਾਲ 'ਚ ਨਹੀਂ ਬਣਿਆ, ਕੋਈ ਪਿੰਡਾਂ 'ਚ ਡਿਸਪੈਂਸਰੀ ਨਵੀਂ ਨਹੀਂ ਬਣੀ, ਕੋਈ ਸਟਾਫ ਨਹੀਂ ਭਰਤੀ ਹੋਇਆ, ਅਤੇ ਬੁਰਾ ਹਾਲ ਆ। ਧਿਆਨ ਨਹੀਂ ਦਿੱਤਾ ਗਿਆ। ਇਹ ਤਾਂ ਆਪਣਾ ਘਰ ਸਮਝ ਕੇ ਇਹਦੇ ਵਿੱਚ ਲਗਾਤਾਰ ਕੰਮ ਕਰਦੇ ਰਹਿਣਾ ਪੈਂਦਾ ਆ, ਫਿਰ ਜਾ ਕੇ ਘਰ ਵਿੱਚ ਸਾਰੀਆਂ ਸਹੂਲਤਾਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਪਰਿਵਾਰ ਨੂੰ ਮਿਲਦੀਆਂ। ਪੰਜਾਬ ਹੀ ਇੱਕ ਸਾਡਾ ਪਰਿਵਾਰ ਹੈ। ਅਸੀਂ ਹੁਣ ਤੁਹਾਡੀ ਮਦਦ ਦੇ ਨਾਲ, ਅਕਾਲ ਪੁਰਖ ਦੀ ਕਿਰਪਾ ਦੇ ਨਾਲ ਆਵਾਂਗੇ। ਮਾਹੌਲ ਬਣ ਗਿਆ ਹੁਣ ਪੰਜਾਬ 'ਚ, ਅਸੀਂ ਫਿਰ ਦੁਬਾਰਾ ਤੋਂ ਵਿਕਾਸ ਦਾ ਕੰਮ ਜਿਹੜਾ ਸ਼ੁਰੂ ਕਰਾਂਗੇ। ਜੀ ਐਮਐਲਏ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈ ਕਿ ਕੈਪਟਨ ਸਾਹਿਬ ਕਹਿੰਦੇ ਕੁਛ ਰਹੇ ਨੇ ਅਤੇ ਜੋ ਉਹਨਾਂ ਨੇ ਕਿਹਾ ਉਹ ਕੀਤਾ ਨਹੀਂ, ਅਤੇ ਹਰੇਕ ਪਾਰਟੀ ਜਦੋਂ ਚੋਣਾਂ ਆਉਂਦੀਆਂ ਨੇ ਮੈਨੀਫੈਸਟੋ ਜਾਰੀ ਕਰਦੀ ਆ, ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਅਤੇ ਕੀ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਉਹਨੂੰ ਕੋਈ ਕਾਨੂੰਨੀ ਮਾਨਤਾ ਮਿਲੇ ਵੀ ਜਿਹੜੀ ਵੀ ਪਾਰਟੀ ਦੀ ਸਰਕਾਰ ਆਵੇ, ਜੋ ਉਹਨਾਂ ਨੇ ਵਾਅਦੇ ਕੀਤੇ ਨੇ ਮੈਨੀਫੈਸਟੋ ਦੇ ਵਿੱਚ ਉਹ ਪੂਰੇ ਕਰਨਾ ਕੋਈ ਜ਼ਰੂਰੀ ਹੋਵੇ? ਕੋਈ ਇਸ ਤਰ੍ਹਾਂ ਦੀ ਜਿਹੜੀ ਉਹਨੂੰ ਮਾਨਤਾ ਮਿਲ ਜਾਵੇ, ਜਾਂ ਦਾ ਕੋਈ ਟਾਈਮ ਰੱਖ ਦਿੱਤਾ ਜਾਵੇ? ਮੰਨ ਲਓ ਜੇ 5 ਸਾਲ ਸਰਕਾਰ ਦੀ ਮਿਆਦ ਆ ਤਾਂ 3 ਸਾਲਾਂ ਦੇ ਵਿੱਚ ਘੱਟੋ ਘੱਟ ਜਾਂ 2.5 ਸਾਲ ਦੇ ਵਿੱਚ ਵੱਧੇ ਜਿਹੜੇ ਵਾਅਦੇ ਆ ਉਹ ਪੂਰੇ ਕਰਦੇ, ਉਹਦਾ ਬਕਾਇਦਾ ਟਾਈਮ ਪੀਰੀਅਡ ਹੋਵੇ। ਕੋਈ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ? ਪੰਨੂ ਸਾਹਿਬ, ਬਹੁਤ ਚੰਗਾ ਸਵਾਲ ਹੈ ਤੁਹਾਡਾ। ਇਹ ਲੋਕਾਂ 'ਚ ਜਾਣੀ ਚਾਹੀਦੀ ਹੈ ਗੱਲ। ਮੈਨੂੰ ਯਾਦ ਆ ਜਦੋਂ 2017 ਦਾ ਇਲੈਕਸ਼ਨ ਹੋਇਆ, ਕਾਂਗਰਸ ਪਾਰਟੀ ਨੇ ਐਡਾ ਮੋਟਾ ਮੈਨੀਫੈਸਟੋ ਤਿਆਰ ਕਰ ਦਿੱਤਾ। ਕੈਪਟਨ ਦੇ 9 ਨੁਕਤੇ, 500 ਕਿੰਨੇ ਵਾਅਦੇ ਕਰ ਦਿੱਤੇ। ਅਤੇ ਉਸ ਵੇਲੇ ਜਦੋਂ ਇਲੈਕਸ਼ਨ ਹੋਇਆ, ਲੋਕੀ ਕਾਂਗਰਸ ਦੀਆਂ ਗੱਲਾਂ 'ਚ ਆ ਗਏ। ਕਾਂਗਰਸ ਦਾ ਵੈਸੇ ਤਾਂ ਸ਼ੁਰੂ ਤੋਂ ਇਹ ਸਟਾਈਲ ਰਿਹਾ, ਚਾਹੇ ਤੁਸੀਂ ਇੰਦਰਾ ਗਾਂधी ਤੋਂ ਲਾ ਲਓ, ਗਰੀਬੀ दूर कर देंगे, महंगाई दूर कर देंगे, हमें वोट डाल दो, बेरोजगारी दूर कर देंगे, भ्रष्टाचार दूर कर देंगे, अलग अलग नारे दे के वोटां लेंदे रहे। लेकिन पंजाब 'ਚ ਇਹਨਾਂ ਨੇ ਐਤਕੀ ਨਾ ਕੀ ਕਹਿੰਦੇ ਆ ਵੀ ਰਿਕਾਰਡ ਹੀ ਤੋੜਤਾ। ਇਹਨਾਂ ਨੇ ਘਰ ਘਰ ਨੌਕਰੀ, ਸਾਰੇ ਕਰਜ਼ੇ ਮਾਫ, PhD ਤੱਕ ਪੜ੍ਹਾਈ ਮੁਫਤ, ਮਤਲਬ ਜੋ ਨਾ ਸੋ ਕਹਿਤਾ ਇਹਨਾਂ ਨੇ। ਲੋਕੀ ਇਹਨਾਂ ਦੀਆਂ ਗੱਲਾਂ 'ਚ ਆ ਗਏ। ਲੋਕੀ ਭੋਲੇ ਹੁੰਦੇ ਆ, ਲੋਕੀ ਮੰਨ ਗਏ। ਲੋਕਾਂ ਨੇ ਵੋਟਾਂ ਪਾਤੀਆਂ। ਜਦੋਂ ਵੋਟਾਂ ਪਾਤੀਆਂ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸੇ ਨੇ ਪੁੱਛਿਆ ਜੀ ਵੀ ਲੈ ਵੀ ਕਾਂਗਰਸ ਦੀ ਸਰਕਾਰ ਬਣ ਗਈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਮੇਰਾ ਖਿਆਲ ਪਹਿਲੇ 6 ਮਹੀਨੇ 'ਚ ਹੀ ਆ, ਇਹ 17 'ਚ। ਬਾਦਲ ਸਾਹਿਬ ਕਹਿੰਦੇ ਵੀ ਜਿੰਨੇ ਝੂਠੇ ਵਾਅਦੇ ਉਹ ਕਰ ਗਏ ਆ, ਲੋਕਾਂ ਨੇ ਵੋਟਾਂ ਪਾਉਣੀਆਂ ਸੀ। ਅਤੇ ਉਸ ਵੇਲੇ ਉਹਨਾਂ ਨੇ ਮੰਗ ਕੀਤੀ ਸੀ ਇਹ 2017 'ਚ ਵੀ ਜਿਹੜੀ ਵੀ ਪਾਰਟੀ ਮੈਨੀਫੈਸਟੋ ਬਣਾਵੇ ਉਹਨੂੰ ਕਾਨੂੰਨੀ ਜਿਹੜਾ ਆ ਉਹਦੇ ਅੰਦਰ ਕੋਈ ਕਲੌਜ਼ ਆਵੇ ਕਿ ਉਹਨੂੰ ਕਾਨੂੰਨੀ ਤੌਰ 'ਤੇ ਬਾਅਦ ਵਿੱਚ ਖਿੱਚਿਆ ਜਾ ਸਕੇ ਵੀ ਤੂੰ ਇਹ ਵਾਅਦਾ ਕੀਤਾ ਸੀ, ਪੂਰਾ ਕਿਉਂ ਨਹੀਂ ਕੀਤਾ, ਉੱਤੇ ਐਕਸ਼ਨ ਆਵੇ ਕੋਈ। ਹੁਣ ਬਾਹਰਲੇ ਮੁਲਕਾਂ 'ਚ ਤਾਂ ਜੇ ਕੋਈ ਪਾਰਟੀ ਕੋਈ ਗੱਲ ਕਹਿੰਦੀ ਆ, ਉਹ ਬੜੀ ਦੇਖ ਸੋਚ ਕੇ ਕਹਿੰਦੀ ਆ ਵੀ ਜੇ ਤਾਂ ਵਾਇਬਲ ਆ ਤਾਂ ਕਹਿੰਦੀ ਆ, ਵੀ ਬਾਰਾ ਖਾਂਦੀ ਆ ਤਾਂ, ਜੇ ਨਹੀਂ ਤਾਂ ਨਹੀਂ ਝੂਠ ਬੋਲਦੇ। ਸਾਡੇ ਇੱਥੇ ਤਾਂ ਉਲਟ ਕੰਮ ਆ ਵੀ ਕਹਿ ਦਿਓ ਵੀ ਲੋਕਾਂ ਦੀ ਮੈਮਰੀ ਕਹਿੰਦੇ ਬੜੀ ਛੋਟੀ ਹੁੰਦੀ ਇੱਥੇ, ਅਤੇ ਕਹਿ ਦਿਓ ਤੁਸੀਂ ਵੋਟਾਂ ਲੈ ਲਓ, ਬਾਕੀ ਬਾਅਦ 'ਚ ਦੇਖੀ ਜਾਊਗਾ। ਅਕਾਲੀ ਦਲ ਨੇ ਅੱਜ ਤੱਕ ਮੈਨੀਫੈਸਟੋ 'ਚ ਤੁਸੀਂ ਦੇਖ ਲਓ, ਜੇ 2006 ਵਿੱਚ ਇਹ ਗੱਲ ਕਹੀ
ਕਿ ਅਸੀਂ 4 ਰੁਪਏ ਕਿਲੋ ਕਣਕ ਗਰੀਬਾਂ ਨੂੰ ਦੇਵਾਂਗੇ ਤੇ ਦਿੱਤੀ 4 ਰੁਪਏ ਨਹੀਂ ਦਿੱਤੀ, 2 ਰੁਪਏ ਦਿੱਤੀ। ਜੇ ਕਿਹਾ ਵੀ ਕੁੜੀਆਂ ਨੂੰ +2 ਤੱਕ ਪੜ੍ਹਾਈ ਮੁਫਤ ਕਰਾਂਗੇ ਤਾਂ ਸਰਕਾਰੀ ਸਕੂਲਾਂ 'ਚ ਕੋਈ ਫੀਸ ਨਹੀਂ ਲਈ, ਨਵੇਂ ਸਕੂਲ ਵੀ ਬਣਾਏ। ਜੇ ਕਿਹਾ ਸਾਈਕਲ ਦੇਵਾਂਗੇ ਤਾਂ ਦਿੱਤੇ ਸਾਈਕਲ ਬੱਚੀਆਂ ਨੂੰ। ਜੇ ਕਿਹਾ ਵੀ ਬੱਚੇ ਗਰੀਬ ਭਾਈਚਾਰੇ, ਦਲਿਤ ਭਾਈਚਾਰੇ ਦੀਆਂ ਫੀਸਾਂ ਮਾਫ ਕਰਾਂਗੇ ਤਾਂ ਕੀਤੀਆਂ। ਜਿੰਨਾ ਪੈਸਾ ਕੇਂਦਰ ਤੋਂ ਆਇਆ ਉਹ ਵੀ ਦਿੱਤਾ, ਕੋਲੋਂ ਵੀ ਦਿੱਤਾ। ਜੇ ਕਿਹਾ ਸ਼ਗਨ ਸਕੀਮ ਦੇਵਾਂਗੇ, ਪੈਨਸ਼ਨ ਲਾਵਾਂਗੇ, ਚਾਹੇ ਸ਼ੁਰੂਆਤ ਬਹੁਤ ਸਾਲ ਪਹਿਲਾਂ ਬਾਦਲ ਸਾਹਿਬ ਨੇ 100 ਰੁਪਏ ਤੋਂ ਕੀਤੀ ਸੀ, ਕਾਂਗਰਸ ਨੇ ਨਹੀਂ ਕੋਈ ਸਕੀਮ ਲਾਗੂ ਕੀਤੀ। ਤਾਂ ਜੋ ਕਿਹਾ ਉਹ ਕਰਕੇ ਦਿਖਾਇਆ। ਜੇ ਅਕਾਲੀ ਸਰਕਾਰ ਨੇ ਕਿਹਾ ਵੀ ਕਿਸਾਨਾਂ ਦੇ ਟਿਊਬਲਾਂ ਦੇ ਬਿੱਲ ਮਾਫ ਕਰਾਂਗੇ ਤਾਂ ਕੀਤੇ। ਜੇ ਕਿਹਾ ਕਿ ਕਿਸਾਨ ਦਾ ਟਰੈਕਟਰ ਜਿਹੜਾ ਉਹਨੂੰ ਕਿਸਾਨ ਦਾ ਗੱਡਾ ਐਲਾਨ ਕਰਾਂਗੇ, ਟੈਕਸ ਮਾਫ ਕਰ ਦਿਆਂਗੇ, ਕੀਤਾ। ਜੇ ਕਿਹਾ ਨਹਿਰਾਂ ਦਾ ਪਾਣੀ ਮੁਫਤ ਦਿਆਂਗੇ ਤਾਂ ਦਿੱਤਾ ਨਹਿਰਾਂ ਦਾ ਪਾਣੀ। ਜੇ ਕਿਹਾ ਮਾਮਲੇ ਮਾਫ ਕਰਾਂਗੇ ਤਾਂ ਮਾਮਲੇ ਮਾਫ ਕੀਤੇ। ਜੇ ਕਿਹਾ ਕਿ ਤੁਸੀਂ ਪਰਿਵਾਰ ਦੇ ਅੰਦਰ ਅੰਦਰ ਜੇ ਕੋਈ ਜ਼ਮੀਨ ਦੀ ਮਾਲਕੀ ਕੋਈ ਰਜਿਸਟਰੀ ਕਰਾਉਣੀ ਆ ਤਾਂ ਫ੍ਰੀ ਹੋਊਗੀ ਤਾਂ ਫ੍ਰੀ ਕੀਤੀ, ਬਹਾਨੇ ਨਹੀਂ ਕੱਢੇ। ਜੋ ਕਿਹਾ ਅਕਾਲੀ ਸਰਕਾਰ ਨੇ ਉਹ ਕਰਕੇ ਦਿਖਾਇਆ। ਲੇਕਿਨ ਅੱਜ ਹੁਣ ਦੌਰ ਹੀ ਉਲਟਾ ਚੱਲ ਪਿਆ। ਹੁਣ ਤਾਂ ਕਹਿੰਦੇ ਵੀ ਜਿੰਨਾ ਵੱਧ ਝੂਠ ਬੋਲੋ, ਵੋਟਾਂ ਲਓ, ਬਾਅਦ 'ਚ ਤੂੰ ਕੌਣ ਤੇ ਮੈਂ ਕੌਣ ਵੀ ਲੋਕਾਂ ਨੇ ਭੁੱਲ ਜਾਣਾ। ਇਹ ਹੁਣ ਜਵਾਬ ਤਾਂ ਭਾਈ ਪੰਜਾਬ ਦੇ ਲੋਕਾਂ ਨੇ ਦੇਣਾ, ਕਿਉਂਕਿ ਵਾਅਦੇ ਪੂਰੇ ਹੋਏ ਨਹੀਂ, ਘਰ ਘਰ ਨੌਕਰੀ ਮਿਲੀ ਨਹੀਂ, ਕਰਜ਼ੇ ਮਾਫ ਹੋਏ ਨਹੀਂ, ਨਸ਼ੇ ਨਹੀਂ ਖਤਮ ਹੋਏ। ਉਦੋਂ ਸਾਡੇ ਗੇਮੇ ਹੀ ਪਾਈ ਜਾਂਦੇ ਸੀ। ਦੇਖੋ ਨਸ਼ਾ ਤਾਂ ਵੈਸੇ ਪੂਰੀ ਦੁਨੀਆ ਦੀ ਸਮੱਸਿਆ ਹੈ, ਇਕੱਲਾ ਪੰਜਾਬ ਦੀ ਥੋੜ੍ਹਾ, ਪੂਰੀ ਦੁਨੀਆ ਦੀ ਸਮੱਸਿਆ, ਅਮਰੀਕਾ ਕੈਨੇਡਾ 'ਚ ਵੀ ਹੈ। ਲੇਕਿਨ ਉਸ ਵੇਲੇ ਸਾਡੇ ਗਲ ਪਾਤੇ ਸਾਰੀਆਂ ਸਿਆਸੀ ਪਾਰਟੀਆਂ, ਮੀਡੀਆ ਦੇ ਇੱਕ ਸੈਕਸ਼ਨ ਨੇ ਅਕਾਲੀਆਂ ਦੇ ਗਲ ਪਾਤੇ ਜੀ, ਇਹ ਤਾਂ ਅਕਾਲੀ ਨਸ਼ਾ ਵਿਕਾਉਣ ਡਿਆ ਜੀ। ਦੇਖੋ ਅੱਜ ਉਸ ਤੋਂ ਵੀ ਵੱਡੀ ਗਿਣਤੀ 'ਚ ਨਸ਼ਾ ਪੰਜਾਬ 'ਚ ਵਿਕ ਰਿਹਾ, ਅਵੇਲੇਬਲ ਆ। ਜਦੋਂ ਅਸੀਂ ਕਹਿੰਦੇ ਸੀ ਪਾਕਿਸਤਾਨ ਤੋਂ ਆਉਂਦਾ, ਉਦੋਂ ਮੰਨਦੇ ਹੀ ਨਹੀਂ ਸੀ ਕਾਂਗਰਸ ਵਾਲੇ। ਅੱਜ ਕੋਈ ਕੰਟਰੋਲ ਨਹੀਂ ਹੋਇਆ ਨਸ਼ੇ ਦੇ ਉੱਤੇ। ਰੋਜ਼ ਦਿਹਾੜੀ ਕੋਈ ਅਖਬਾਰ ਚੱਕ ਲਓ, ਟੀਵੀ ਵੇਖ ਲਓ, ਰੋਜ਼ ਦਿਹਾੜੀ ਕੋਈ ਨਾ ਕੋਈ ਨੌਜਵਾਨ ਬੱਚਾ ਨਸ਼ੇ ਦੀ ਓਵਰਡੋਜ਼ ਦੀ ਭੇਂਟ ਚੜ੍ਹਿਆ ਹੁੰਦਾ ਹੈ। ਰੋਜ਼ ਕੋਈ ਨਾ ਕੋਈ ਕਿਸਾਨ ਕਰਜ਼ੇ ਦੀ ਭੇਂਟ ਚੜ੍ਹਿਆ ਹੁੰਦਾ ਹੈ। ਦੇਖੋ ਤਾਂ ਸਹੀ। ਫਿਰ ਕਹਿੰਦੇ ਸੀ ਅਸੀਂ 4 ਹਫ਼ਤਿਆਂ 'ਚ ਨਸ਼ਾ ਦੂਰ ਕਰਾਂਗੇ। ਮੈਂ ਤਲਵੰਡੀ ਸਾਹਿਬ ਵੱਲ ਨੂੰ ਮੂੰਹ ਕਰਕੇ ਤੇ ਗੁਟਕਾ ਸਾਹਿਬ ਦੀ ਸਹੁੰ ਖਾ ਲਈ। ਦੇਖੋ ਇੱਦਾਂ ਕਦੀ ਹੋਇਆ ਸੀ ਪੰਜਾਬ 'ਚ? ਪੰਜਾਬ 'ਚ ਇਕਨੋਮਿਕ ਮੁੱਦਿਆਂ 'ਤੇ, ਸਮਾਜਿਕ ਮੁੱਦਿਆਂ 'ਤੇ, ਡਿਵੈਲਪਮੈਂਟ ਦੇ ਮੁੱਦਿਆਂ 'ਤੇ ਚੋਣ ਲੜੀ ਜਾਂਦੀ ਸੀ। ਐਤਕੀ ਤਾਂ ਕਾਂਗਰਸ ਨੇ ਹੱਦ ਕਰ ਦਿੱਤੀ। ਇਹਨਾਂ ਨੇ ਆਪਣੇ ਸਲਾਹਕਾਰ ਇੱਦਾਂ ਦੇ ਲਿਆਂਦੇ, ਪ੍ਰਸ਼ਾਂਤ ਕਿਸ਼ੋਰ ਵਰਗੇ, ਉਹਨੂੰ ਪਤਾ ਨਹੀਂ ਕਹਿੰਦੇ 800-900 ਕਰੋੜ ਰੁਪਈਆ ਦਿੱਤਾ ਸੀ ਉਦੋਂ ਪਿਛਲੀ ਵਾਰੀ। ਉਹਨੇ ਕਿਹਾ ਵੀ ਤੂੰ ਸਹੁੰ ਵੀ ਖਾ ਲਾ, ਬਸ ਆਪਣੇ ਇਸ਼ਟ ਦੀ ਸਹੁੰ ਖਾ ਲਾ। ਇਸ਼ਟ ਦੀ ਸਹੁੰ ਖਾ ਕੇ ਲੋਕਾਂ ਨੂੰ ਜਜ਼ਬਾਤੀ ਕਰ ਦਿੱਤਾ, ਵੋਟਾਂ ਲੈ ਲਈਆਂ। ਬਾਅਦ ਵਿੱਚ ਤੁਹਾਡੇ ਸਾਹਮਣੇ ਹੁਣ ਉਸ ਤੋਂ ਬਾਅਦ ਕਦੀ ਕਾਂਗਰਸ ਦੇ ਮਿਨਿਸਟਰ, ਕਦੀ ਕਾਂਗਰਸ ਦੇ MLA ਕਦੀ ਬੋਲੇ ਨਸ਼ੇ ਦੇ ਉੱਤੇ, ਕਦੀ ਬੋਲੇ ਵੀ ਰੇਤਾ ਕਿੱਦਾਂ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਕਿੱਦਾਂ ਇਹਨਾਂ ਦੇ ਆਪਣੇ MLA ਨਜਾਇਜ਼ ਮਾਈਨਿੰਗ ਕਰ ਰਹੇ। ਉਦੋਂ ਕਹਿੰਦਾ ਸੀ ਕਚਹਿਰੀਆਂ 'ਚ, ਮੈਂ ਕਈ ਵਾਰੀ ਟੀਵੀ 'ਤੇ ਦੇਖਦਾ ਵੀ ਟੀਵੀ 'ਤੇ ਆਖੇ ਜੀ ਕਚਹਿਰੀਆਂ 'ਚ ਬੜਾ ਰਿਸ਼ਵਤਖੋਰੀ ਆ, ਕਾਗਜ਼ ਨਹੀਂ ਬਣਦੇ, ਕਚਹਿਰੀਆਂ 'ਚ ਭ੍ਰਿਸ਼ਟਾਚਾਰ ਆ, ਦਫ਼ਤਰਾਂ 'ਚ। ਮੈਂ ਆਉਂਦੇ ਸਾਰ ਹੀ ਕਹਿੰਦਾ ਮੈਂ ਬੰਦ ਕਰ ਦੂੰ ਕੈਪਟਨ। ਸੁਣੀ ਹੋਣੀ ਵੀਡੀਓ। ਹੁਣ ਦੱਸੋ ਕਿਸੇ ਤਹਿਸੀਲ 'ਚ ਚਲ ਜਾਓ, ਕਿਸੇ ਦਫ਼ਤਰ 'ਚ ਚਲ ਜਾਓ, ਮੈਨੂੰ ਕੋਈ ਮੁਫਤ ਰਜਿਸਟਰੀ ਕਰਾ ਕੇ ਦਿਖਾ ਦੇਵੇ ਕਿਸੇ ਵੀ ਤਹਿਸੀਲ 'ਚੋਂ। ਪੈਸੇ ਲੱਗਦੇ ਆ, ਕਿਉਂ? ਪੈਸੇ ਉੱਪਰ ਤੱਕ ਜਾਂਦੇ, ਉਹ ਕੀ ਕਰਨ? ਸੋ ਇਸ ਕਰਕੇ ਗੱਲਾਂ ਕਹਿਣੀਆਂ ਜਿਹੜੀਆਂ ਸੌਖੀਆਂ ਹੁੰਦੀਆਂ, ਉਹਨਾਂ 'ਤੇ ਅਮਲ ਕਰਨਾ ਬਹੁਤ ਔਖਾ ਹੁੰਦਾ। ਉਹ ਅਮਲ ਤਾਂ ਹੁੰਦਾ ਜੇ ਮਿਹਨਤ ਕਰੋ। ਤੁਹਾਨੂੰ ਮੈਦਾਨ ਵਿੱਚ ਉਤਰਨਾ ਪੈਂਦਾ। ਗੰਦਗੀ ਸਾਫ਼ ਕਰਨ ਲਈ ਤੁਹਾਨੂੰ ਮੈਦਾਨ ਵਿੱਚ ਉਤਰਨਾ ਪੈਣਾ। ਖੇਤਾਂ ਵਿੱਚੋਂ ਜੇ ਆਪਾਂ ਕੱਖ ਕੱਢਣਾ ਹੋਵੇ, ਡੀਲਾ ਕੱਢਣਾ ਹੋਵੇ, ਗੁੱਲੀ ਡੰਡਾ ਕੱਢਣਾ ਹੋਵੇ, ਕੋਈ ਬੂਟੀ ਜੜੀ ਕੱਢਣੀ ਹੋਵੇ, ਵਿੱਚ ਜਾਣਾ ਪੈਣਾ ਖੇਤ ਦੇ। ਅਤੇ ਜੇ ਸਾਡੀ ਸਰਕਾਰ ਅੱਜ ਲੋਕਾਂ ਦੇ ਵਿੱਚ ਹੀ ਨਹੀਂ ਜਾਊਗੀ ਤਾਂ ਗੰਦਗੀ ਕਿੱਦਾਂ ਦੂਰ ਕਰੂਗੀ? ਵਾਇਰਸ ਕਿੱਦਾਂ ਦੂਰ ਕਰੂਗੀ? ਕਿੱਦਾਂ ਭ੍ਰਿਸ਼ਟਾਚਾਰ ਦਾ ਖਾਤਮਾ ਕਰੂਗੀ? ਇਹ ਨਹੀਂ ਹੋ ਸਕਦਾ। ਇਹ ਸਰਕਾਰ ਤੋਂ ਜਿੰਨੀਆਂ ਲੋਕਾਂ ਦੀਆਂ ਆਸਾਂ ਉਮੀਦਾਂ ਸੀ ਉਹ ਹੁਣ ਖਤਮ ਹੋ ਗਈਆਂ। ਅਤੇ ਅੱਜ ਤਾਂ ਚਲੋ ਆਪਾਂ ਵੇਲਾ ਨਹੀਂ, ਅੱਜ ਕਰੋਨਾ ਨੇ ਬਹੁਤ ਵੱਡਾ ਆਪਾਂ ਨੂੰ ਗ੍ਰਿਫਤ ਵਿੱਚ ਲਿਆ ਹੋਇਆ। ਅਤੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਡੈਥ ਰੇਟ ਹੈ, ਸਭ ਤੋਂ ਘੱਟ ਰਿਕਵਰੀ ਰੇਟ ਹੈ। ਟਾਈਮ ਸਿਰ ਅਸੀਂ ਕੰਮ ਨਹੀਂ ਕੀਤਾ। ਸਾਨੂੰ ਸਾਇੰਟਿਸਟਾਂ ਨੇ ਕਿਹਾ ਸੀ ਵੀ ਦੂਜੀ ਵੇਵ ਆਊਗੀ, 6 ਮਹੀਨੇ ਪਹਿਲਾਂ ਉਹਨਾਂ ਨੇ ਕਹਿ ਦਿੱਤਾ ਸੀ ਵੀ ਦੂਜੀ ਵੇਵ ਆਊਗੀ, ਲੇਕਿਨ ਅਸੀਂ ਤਿਆਰ ਹੀ ਨਹੀਂ ਹੋ ਸਕੇ। ਆਪਾਂ ਇਹ ਨਾ ਹਰ ਗੱਲ ਨੂੰ ਆਪਾਂ ਕੇਂਦਰ 'ਤੇ ਨਾ ਪਾਈਏ। ਜ਼ਿੰਮੇਵਾਰ ਕਾਂਗਰਸ ਨੂੰ ਬਣਾਇਆ ਇੱਥੇ ਪੰਜਾਬ 'ਚ। ਇਹਨਾਂ ਨੂੰ ਐਡਵਾਂਸ ਪ੍ਰਬੰਧ ਕਰਨੇ ਚਾਹੀਦੇ ਸੀ।
ਅਸੀਂ ਕਹਿ ਰਹੇ ਹਾਂ, ਸਾਡੀ ਪਾਰਟੀ ਤਾਂ ਸ਼ਰੇਆਮ ਕਹਿੰਦੀ ਆ ਵੀ ਹੁਣ ਸਿਆਸਤ ਛੱਡ ਦਿਓ, ਇਸ ਪੈਂਡੈਮਿਕ 'ਚ, ਇਸ ਮਹਾਮਾਰੀ 'ਚ ਆਪਾਂ ਇੱਕ ਦੂਜੇ ਦਾ ਸਾਥ ਦੇਈਏ। ਅਸੀਂ ਦੇ ਰਹੇ ਹਾਂ ਸਾਥ। ਅਸੀਂ ਇਸ ਹੈਲਥ ਦੇ ਫਰੰਟ 'ਤੇ, ਅਸੀਂ ਸੁਵਿਧਾਵਾਂ ਦੇ ਫਰੰਟ 'ਤੇ ਸਾਥ ਦੇ ਰਹੇ ਹਾਂ ਸਰਕਾਰ ਦਾ। ਅਸੀਂ ਇਸ ਕਰਕੇ ਨਹੀਂ ਦੇ ਰਹੇ ਸਾਥ ਅਸੀਂ ਕੋਈ ਆਸਾਨ ਕਰ ਰਹੇ ਹਾਂ। ਸਾਡੀ ਭਾਈ ਡਿਊਟੀ ਹੈ ਲੋਕਾਂ ਲਈ। ਅਕਾਲੀ ਦਲ ਪੰਜਾਬ ਦੀ ਪਾਰਟੀ ਹੈ। ਅਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਹਾਂ। ਸਾਡੇ ਦਿਲ 'ਚ ਦਰਦ ਹੈ, ਅਸੀਂ ਕਰਾਂਗੇ। ਬਿਲਕੁਲ ਜੀ, ਜਿਹੜੇ ਅਜਿਹੇ ਮੁੱਦੇ ਹੁੰਦੇ ਨੇ, ਜਦੋਂ ਐਡੀ ਵੱਡੀ ਆਫਤ ਆਈ ਹੋਵੇ, ਅਤੇ ਉੱਥੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਜਿਹੜੀ ਰਾਜਨੀਤੀ ਨਹੀਂ ਕਰਨੀ ਚਾਹੀਦੀ, ਮਸਲੇ ਦੇ ਹੱਲ ਵਾਸਤੇ ਰਲ ਮਿਲ ਕੇ ਜਿਹੜਾ ਅੱਗੇ ਆਉਣਾ ਚਾਹੀਦਾ। ਅਤੇ ਐਮਐਲਏ ਸਾਹਿਬ, ਲੱਗਦਾ ਨਹੀਂ ਗਾ ਵੀ ਜਿਹੜਾ ਇਹ, ਚਲੋ ਸਾਰੀ ਦੁਨੀਆ ਦੇ ਵਿੱਚ ਇਸ ਵੇਲੇ ਕੋਵਿਡ ਦੀ ਜਿਹੜੀ ਮਾਰ ਪੈ ਰਹੀ ਆ, ਪਰ ਜਿਹੜਾ ਵਾਤਾਵਰਨ ਆਪਣਾ, ਹੁਣ ਵੇਖੋ ਪਹਿਲਾਂ ਇੱਥੋਂ ਆ ਗਿਆ ਸੀ ਬਲੈਕ ਫੰਗਸ, ਹੁਣ ਅੱਜ ਖਬਰਾਂ ਆ ਰਹੀਆਂ ਨੇ ਵੀ ਇੱਕ ਵਾਈਟ ਫੰਗਸ ਵੀ ਆ ਗਈ ਆ, ਨਵੀਂ ਤੋਂ ਨਵੀਂ ਕੋਈ ਨਾ ਕੋਈ ਬਿਮਾਰੀ ਆ ਰਹੀ ਆ। ਅਤੇ ਜਿਹੜਾ ਪੰਜਾਬ ਦਾ ਪਾਣੀ ਆ ਲਗਭਗ ਪ੍ਰਦੂਸ਼ਿਤ ਹੋ ਚੁੱਕਾ, ਕਿਤੇ ਵੀ ਪੰਜਾਬ ਦਾ ਪਾਣੀ ਪੀਣ ਵਾਲਾ ਨਹੀਂ ਰਿਹਾ। ਹਵਾ ਪ੍ਰਦੂਸ਼ਿਤ ਆ, ਧਰਤੀ ਦੇ ਵਿੱਚ ਇੰਨੀਆਂ ਆਪਾਂ ਜ਼ਹਿਰਾਂ ਰਲਾਤੀਆਂ ਕਿ ਆਪਾਂ ਨੂੰ ਚਾਹੀਦਾ ਨਹੀਂ ਕਿ ਆਪਾਂ ਇੱਕ ਨੈਸ਼ਨਲ ਮਿਸ਼ਨ ਬਣਾ ਕੇ ਸਾਰੇ ਰਲ ਮਿਲ ਕੇ ਇਸ ਪਾਸੇ ਵੱਲ ਵੀ ਧਿਆਨ ਦਿੰਦੇ ਹਾਂ ਕਿ ਕਿਤੇ ਨਾ ਕਿਤੇ ਜਿਹੜਾ ਵਾਤਾਵਰਨ ਗੰਦਲਾ ਹੋ ਗਿਆ ਉਹ ਵੀ ਇਹਨਾਂ ਬਿਮਾਰੀਆਂ ਦਾ ਕਾਰਨ ਆ, ਅਤੇ ਉਹਨਾਂ ਨੂੰ ਸੁਧਾਰਨ ਵਾਸਤੇ ਸਾਰੇ ਆਪਾਂ ਰਲ ਮਿਲ ਕੇ ਅੱਗੇ ਆਈਏ। ਦੇਖੋ, ਗੱਲ ਇਹ ਆ ਬਈ ਜਦੋਂ ਆਪਾਂ ਕਿਸੇ ਵੱਡੇ ਪਰਿਵਾਰ 'ਚ ਨਾ ਜੀ ਕੋਈ ਫੈਸਲਾ ਲੈਣਾ ਹੋਵੇ ਤਾਂ ਉਸ ਵੱਡੇ ਪਰਿਵਾਰ ਵਿੱਚ ਉਹਨੂੰ ਸਭ ਤੋਂ ਪਹਿਲਾਂ ਉੱਪਰਲਾ ਜਿਹੜਾ ਸਾਡਾ ਲੀਡਰ ਹੁੰਦਾ ਨਾ, ਫੈਮਿਲੀ 'ਚ ਵੱਡਾ ਹੁੰਦਾ, ਉਹਨੂੰ ਆਪਣੇ ਉੱਤੇ ਪਹਿਲਾਂ ਲਾਗੂ ਕਰਨਾ ਪੈਂਦਾ। ਅੱਜ ਲੋੜ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਇਹਨਾਂ ਮੁੱਦਿਆਂ 'ਤੇ, ਪਾਣੀ ਸਾਡਾ ਥੱਲੇ ਜਾ ਰਿਹਾ, ਪਾਣੀ ਸਾਡਾ ਪੋਲਿਊਟਡ ਹੋ ਰਿਹਾ, ਇਸ ਮੁੱਦੇ ਉੱਤੇ ਅੱਗੇ ਹੋ ਕੇ ਅਗਵਾਈ ਕਰਨੀ ਚਾਹੀਦੀ ਸੀ। ਕੋਈ ਕੰਪੇਨ ਚਲਾਉਣੀ ਚਾਹੀਦੀ ਸੀ, ਮੀਡੀਆ 'ਚ, ਸਕੂਲਾਂ 'ਚ, ਕਾਲਜਾਂ 'ਚ, ਗਰਾਊਂਡ 'ਚ। ਜਿੱਦਾਂ ਪੋਲੀਓ ਨੂੰ ਖਤਮ ਕਰਨ ਲਈ ਇੱਕ ਮੂਵਮੈਂਟ ਚੱਲੀ ਸੀ ਜੀ, ਲਗਭਗ ਪੋਲੀਓ 'ਤੇ ਆਪਾਂ ਕੰਟਰੋਲ ਕਰ ਲਿਆ। ਇੱਦਾਂ ਹੀ ਪੰਜਾਬ ਨੂੰ ਬਚਾਉਣ ਲਈ, ਜ਼ਹਿਰੀਲੀਆਂ ਚੀਜ਼ਾਂ ਤੋਂ ਬਚਾਉਣ ਲਈ ਸਰਕਾਰ ਨੂੰ ਅੱਗੇ ਹੋ ਕੇ ਇੱਕ ਮੂਵਮੈਂਟ ਬਣਨੀ ਚਾਹੀਦੀ ਸੀ, ਇੱਕ ਮੁਹਿੰਮ ਤਿਆਰ ਕਰਨੀ ਚਾਹੀਦੀ ਸੀ। ਮੁਹਿੰਮ ਤਾਂ ਹੀ ਤਿਆਰ ਹੋਵੇ ਜੇ ਲਾਈਨ ਦੇ ਮੂਹਰੇ ਕੋਈ ਬੰਦਾ ਲੱਗੇ। ਲਾਈਨ ਦੇ ਮੂਹਰੇ ਤਾਂ ਲੀਡਰ ਨੂੰ ਲੱਗਣਾ ਪੈਣਾ, ਚੁਣੇ ਹੋਏ ਆਗੂ ਨੂੰ ਮੂਹਰੇ ਲੱਗਣਾ ਪੈਣਾ, ਫਿਰ ਮਿਨਿਸਟਰਾਂ ਨੂੰ ਲੱਗਣਾ ਪੈਣਾ, ਤਾਂ ਦੁਨੀਆ ਆਪੇ ਮਗਰ ਤੁਰ ਪੈਂਦੀ ਹੈ। ਲੇਕਿਨ ਆਪ ਇਹ ਘਰਾਂ 'ਚ ਵੜ ਗਿਆ। ਹੁਣ ਤੁਸੀਂ ਵੇਖੋ, ਇਸ ਮਹਾਮਾਰੀ 'ਚ ਮੈਂ ਨਿਊਯਾਰਕ ਦੇ ਗਵਰਨਰ ਨੂੰ ਸੁਣਦਾ ਰਿਹਾ, ਐਂਡਰਿਊ ਕਿਊਮੋ, ਉਹ ਰੋਜ਼ਾਨਾ ਪ੍ਰੈਸ ਨੂੰ ਬਰੀਫ ਕਰਦੇ ਸੀ ਜਦੋਂ ਉੱਥੇ ਬਹੁਤ ਵੱਡਾ ਕੋਵਿਡ ਦਾ ਜਿਹੜਾ ਚੱਲੀ ਸੀ ਲਹਿਰ। ਮੈਂ ਇੰਗਲੈਂਡ ਦੇ ਸਰਕਾਰ ਨੂੰ ਦੇਖਦਾ ਰਿਹਾ, ਹੋਰ ਜਰਮਨ ਦੀ ਗਵਰਨਮੈਂਟ ਨੂੰ ਅਸੀਂ ਫੋਲੋ ਕਰਦੇ ਰਹੇ। ਉੱਥੇ ਦੀ ਈਵਨ ਕੇਰਲਾ ਵਾਲੇ, ਉੱਥੇ ਉਹ ਰੂਟੀਨ ਦੇ ਵਿੱਚ ਹਰ ਰੋਜ਼ 24 ਘੰਟੇ ਦੀ ਪ੍ਰੋਗਰੈਸ ਲੋਕਾਂ ਨੂੰ ਦੱਸਦੇ ਸੀ, ਲੋਕਾਂ ਨੂੰ ਸਮਝਾਉਂਦੇ ਵੀ ਸੀ। ਉਹ ਕਹਿੰਦੇ ਸੀ ਤੁਸੀਂ ਬਾਹਰ ਨਾ ਘੁੰਮੋ। ਉਹ ਆਪ ਮੁੱਖ ਮੰਤਰੀ ਜਾ ਕੇ ਕੋਵਿਡ ਦੇ ਹਸਪੀਟਲਾਂ ਦੇ ਦੌਰੇ ਕਰਦੇ ਸੀ, ਉਹਨਾਂ ਦੇ ਅਫਸਰ ਦੌਰਾ। ਜਦੋਂ ਐਮਐਲਏ, ਮੰਤਰੀ ਅਤੇ ਮੁੱਖ ਮੰਤਰੀ ਦੌਰਾ ਕਰੂਗਾ ਨਾ, ਮੈਦਾਨੇ ਜੰਗ ਵਿੱਚ ਉਤਰੂਗਾ। ਇਸ ਵੇਲੇ ਮੈਦਾਨੇ ਜੰਗ ਹਸਪਤਾਲ ਜੀ, ਜਦੋਂ ਇਹ ਆਪ ਮੈਦਾਨੇ ਜੰਗ ਵਿੱਚ ਉਤਰਨਗੇ ਤਾਂ ਭਾਈ ਫਿਰ ਹੈਲਥ ਕਾਮਿਆਂ ਨੂੰ, ਡਾਕਟਰਾਂ ਤੋਂ ਲੈ ਕੇ ਨਰਸਾਂ ਤੋਂ ਲੈ ਕੇ ਆਸ਼ਾ ਵਰਕਰਾਂ ਨੂੰ ਹਿੰਮਤ ਆਊਗੀ, ਜੋਸ਼ ਆਉਂਦਾ, ਉਹ ਵੀ ਕੰਮ ਕਰਨਗੇ। ਲੈ ਵੀ ਸਾਡੇ ਜਦ ਸਾਰੇ ਲੀਡਰ ਤੁਰੇ ਫਿਰਦੇ ਸੀ, ਸਾਨੂੰ ਕੀ ਹੋਇਆ? ਅੱਜ ਤੁਸੀਂ ਦੇਖੋ, ਕੋਈ ਮੰਤਰੀ ਕਿਸੇ ਹਸਪਤਾਲ 'ਚ ਜਾਣ ਨੂੰ ਤਿਆਰ ਨਹੀਂ। ਅਤੇ ਅੱਜ ਦੀਆਂ ਅਖਬਾਰਾਂ 'ਚ ਲਿਖਿਆ ਆ ਬਈ ਸੀਨੀਅਰ ਡਾਕਟਰ ਜਿਹੜੇ ਆ ਉਹ ਕੋਵਿਡ ਦੀਆਂ ਵਾਰਡਾਂ 'ਚ ਦੌਰਾ ਹੀ ਨਹੀਂ ਕਰਦੇ। ਜੂਨੀਅਰ ਡਾਕਟਰ ਨੂੰ ਪਤਾ ਵੀ ਸੀਨੀਅਰ ਨੇ ਆਉਣਾ ਨਹੀਂ, ਉਹ ਵੀ ਲੰਘੇ ਡੰਗ ਜਾਂਦਾ ਉਸ ਵਾਰਡ 'ਚ। ਜਦੋਂ ਨਰਸਾਂ ਨੂੰ ਪਤਾ ਵੀ ਜਿਹੜਾ ਡਾਕਟਰ ਲੰਘੇ ਡੰਗ ਆਉਂਦਾ, ਅਤੇ ਉਹ ਵੀ ਕੋਵਿਡ ਦੇ ਪੇਸ਼ੈਂਟ ਦੀ ਬਾਹਲੀ ਪਰਵਾਹ ਨਹੀਂ ਫਿਰ ਕਰਦੇ ਪ੍ਰਾਈਵੇਟਾਂ 'ਚ। ਸਰਕਾਰੀ ਦਾ ਤਾਂ ਮੰਦਾ ਹਾਲ ਆ, ਸਰਕਾਰੀ 'ਚ ਕੋਈ ਜਾਣਾ ਹੀ ਨਹੀਂ ਚਾਹੁੰਦਾ। ਜੇ ਆ ਕੇ ਦੇਖੋ, ਕਿਸੇ ਪੇਸ਼ੈਂਟ ਨੂੰ ਕਹੋ ਵੀ ਤੈਨੂੰ ਸਰਕਾਰੀ ਲੈ ਚੱਲੇ, ਉਹ ਹੱਥ ਜੋੜਦਾ, ਮੈਨੂੰ ਨਾ ਲਿਜਾਓ। ਅੱਜ ਇਹ ਹਾਲਾਤ ਆ। ਜਦੋਂ ਵੀ ਕਿਤੇ ਪਰਿਵਾਰ ਦੇ ਉੱਤੇ, ਸੂਬੇ ਦੇ ਉੱਤੇ ਸੰਕਟ ਆਵੇ, ਅੱਜ ਸੰਕਟ ਆ ਸਾਡੇ ਸਾਰਿਆਂ 'ਤੇ, ਤਾਂ ਪਰਿਵਾਰ ਦੇ ਮੁਖੀ ਨੂੰ ਹੀ ਅੱਗੇ ਆਉਣਾ ਪੈਂਦਾ ਆ, ਛਾਤੀ ਡਾਹ ਕੇ ਲੜਨਾ ਪੈਂਦਾ ਆ, ਤਾਂ ਹਰ ਮੁਸ਼ਕਿਲ ਦਾ ਹੱਲ ਵੀ ਨਿਕਲ ਆਉਂਦਾ।
ਬਿਲਕੁਲ ਜੀ, ਹਰੇਕ ਮੁਸ਼ਕਿਲ ਦਾ ਹੱਲ ਜਿਹੜਾ ਨਿਕਲ ਆਉਂਦਾ, ਪਰ ਜੇ ਆਪਾਂ ਪੂਰੇ ਤੌਰ 'ਤੇ ਚਾਹੁੰਦੇ ਹੋਈਏ ਕਿ ਇਸ ਸਮੱਸਿਆ ਨੂੰ ਆਪਾਂ ਹੱਲ ਕਰਨਾ ਚਾਹੁੰਦੇ ਹਾਂ, ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਆਪਾਂ ਤਸਵੀਰਾਂ ਦੇਖਦੇ ਹਾਂ ਕਿ ਉਹ ਹਸਪਤਾਲਾਂ ਦੇ ਵਿੱਚ ਪਹੁੰਚੇ ਹੋਏ ਆ, ਅਤੇ ਵਾਕਈ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਆ, ਜੇ ਮੁੱਖ ਮੰਤਰੀ ਸਾਹਿਬਾਨ, ਸਾਰੇ ਲੀਡਰ ਸਾਹਿਬਾਨ ਖੁਦ ਉੱਥੇ ਪਹੁੰਚੇ ਹੋਣਗੇ ਅਤੇ ਵਾਕਈ ਜਿਹੜਾ ਇਹ ਸਿਹਤ ਦਾ ਸਿਸਟਮ ਆ ਉਹਨੂੰ ਸੁਚਾਰੂ ਢੰਗ ਦੇ ਨਾਲ ਚਲਾਇਆ ਜਾ ਸਕਦਾ ਅਤੇ ਲੋਕਾਂ ਨੂੰ ਬਹੁਤ ਸਾਰਾ ਰਾਹਤ ਮਿਲ ਸਕਦੀ ਹੈ ਜੀ। ਮੈਨੂੰ ਲੱਗਦਾ ਵੀ ਇੰਨੀਆਂ ਮੌਤਾਂ ਕਰੋਨਾ ਦੇ ਨਾਲ ਨਹੀਂ ਹੋਈਆਂ ਜਿੰਨੀਆਂ ਮੌਤਾਂ ਪ੍ਰਬੰਧ ਨਾ ਹੋਣ ਕਰਕੇ, ਆਕਸੀਜਨ ਦੀ ਘਾਟ ਕਰਕੇ ਅਤੇ ਹੋਰ ਕਾਰਨਾਂ ਕਰਕੇ ਹੋਈਆਂ ਜੀ। ਦੇਖੋ, ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ, ਉਹਦੇ ਪਰਿਵਾਰ ਨੂੰ ਵੀ ਕੋਵਿਡ ਹੋ ਗਿਆ ਸੀ ਜੀ, ਕਿਉਂਕਿ ਉਹਨਾਂ ਨੇ ਮੈਦਾਨ 'ਚ ਨਿਕਲੇ, ਕੋਵਿਡ ਹੋ ਗਿਆ ਜੀ, ਅਤੇ ਉਹਨਾਂ ਨੇ ਪ੍ਰਬੰਧ ਵੀ ਕਰ ਲਿਆ। ਅੱਜ ਉਹਨਾਂ ਨੇ ਸਾਰਾ ਉੱਥੇ ਕੰਟਰੋਲ ਕਰ ਲਿਆ, ਅਮਰੀਕਾ 'ਚ ਵੀ ਕੰਟਰੋਲ ਹੋ ਗਿਆ। ਜੇ ਸਾਡੀ ਪੰਜਾਬ ਦੀ ਗੌਰਮੈਂਟ ਚਾਹੁੰਦੀ ਤਾਂ 6 ਮਹੀਨੇ ਪਹਿਲਾਂ ਇਹ ਆਪਣੇ ਤੌਰ 'ਤੇ ਵੈਕਸੀਨ ਇੰਪੋਰਟ ਕਰ ਸਕਦੀ ਸੀ, ਰਸ਼ੀਆ ਤੋਂ ਕਰ ਸਕਦੇ ਸੀ, ਅਮਰੀਕਾ ਤੋਂ। ਪ੍ਰਬੰਧ ਨਹੀਂ ਕੀਤੇ, ਟੇਕ ਲਾ ਕੇ ਬੈਠੇ ਰਹੇ ਸੈਂਟਰ ਤੋਂ। ਬਈ ਜੇ ਸੈਂਟਰ ਤੁਹਾਨੂੰ ਨਾ ਦੇਵੇ ਫਿਰ ਕੀ ਕਰੋਗੇ? ਫਿਰ ਪੰਜਾਬ ਨੂੰ ਕਿੱਥੇ ਸਿੱਟੋਗੇ? ਟਾਈਮ ਸਿਰ ਇਹਨਾਂ ਨੇ ਨਾ ਵੈਕਸੀਨ ਆਰਡਰ ਕੀਤੀ, ਨਾ ਇਹਨਾਂ ਨੇ ਟਾਈਮ ਸਿਰ ਕੋਈ ਟੈਸਟਿੰਗ ਦੇ ਪ੍ਰਬੰਧ ਕੀਤੇ। ਹੁਣ ਆਕਸੀਜਨ ਮੁੱਕ ਗਈ ਪੰਜਾਬ 'ਚ। ਆਕਸੀਜਨ ਵਾਸਤੇ ਵੀ ਕੰਸਨਟਰੇਟਰ ਪੰਜਾਬ ਸਰਕਾਰ ਐਡਵਾਂਸ ਵਿੱਚ ਆਰਡਰ ਕਰ ਸਕਦੀ ਸੀ ਦੂਜੇ ਦੇਸ਼ਾਂ ਤੋਂ, ਨਹੀਂ ਕੀਤੇ। ਹੁਣ ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਨੂੰ ਅੱਗੇ ਆਉਣਾ ਪਿਆ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਹਰੋਂ, ਖਾਲਸਾ ਏਡ ਨੇ ਬਾਹਰੋਂ, ਜਾਂ ਹੋਰ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ ਨੇ ਸਾਨੂੰ ਮਦਦ ਪੰਜਾਬ 'ਚ ਭੇਜੀ ਆ। ਉਹ ਪਹਿਲਾਂ ਵੀ ਆ ਸਕਦੀ ਸੀ ਜੇ ਪਹਿਲਾਂ ਸੁੱਤੇ ਰਹੇ। ਹੁਣ ਅਕਾਲੀ ਦਲ ਵੀ, ਅਸੀਂ ਵੀ, ਸਾਰੇ SGPC ਵੀ, ਸਾਰੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੀ ਆਪਣੇ ਤੌਰ 'ਤੇ ਦਵਾਈਆਂ ਦਾ, ਤੁਸੀਂ ਦੇਖੋ ਅੱਜ ਹੀ ਅੰਗਰੇਜ਼ੀ ਦੀ ਅਖਬਾਰ 'ਚ ਲੱਗਾ, ਗੁਰਦੁਆਰਾ ਸਾਹਿਬ ਕਮੇਟੀਆਂ ਆਈਸੋਲੇਸ਼ਨ ਸੈਂਟਰ ਬਣਾ ਰਹੀਆਂ ਵੀ ਆ ਜਾਓ ਸਾਡੇ ਕੋਲ ਫ੍ਰੀ ਆਓ, ਪਾਣੀ ਤੋਂ ਲੈ ਕੇ ਰੋਟੀ, ਦਵਾਈ, ਰਹਿਣਾ ਸਹਿਣਾ, ਆਕਸੀਜਨ ਫ੍ਰੀ। ਅਸੀਂ ਵੀ ਆਦਮਪੁਰ ਬਣਾ ਰਹੇ ਹਾਂ ਜੀ, ਤਾਂ ਕਿ ਆਮ ਲੋਕੀ ਉੱਥੇ ਆਉਣ। ਅਸੀਂ ਕੋਈ ਇਹ ਥੋੜ੍ਹੀ ਵੀ ਸਰਕਾਰ 'ਤੇ ਛੱਡ ਦਈਏ, ਆਪਾਂ ਸਾਰੇ ਹੀ ਇਸ ਵੇਲੇ ਸਰਕਾਰ ਹਾਂ, ਆਪਾਂ ਸਭ ਨੂੰ ਜ਼ਿੰਮੇਵਾਰੀ ਲੈਣੀ ਪੈਣੀ। ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ, ਜਿੰਨੀ ਕੁ ਸਾਡੀ ਪਹੁੰਚ ਹੈ ਅਸੀਂ ਕਰਾਂਗੇ। ਪਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਪੰਜਾਬ ਦੇ ਉੱਤੇ, ਦੇਸ਼ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਤਾਂ ਲੋਕਾਂ ਨੂੰ ਵੀ ਚਾਹੀਦਾ ਆ ਵੀ ਜਿਹੜੀਆਂ ਇਹਦੀਆਂ ਗਾਈਡਲਾਈਨਸ ਆ, ਜਿਹੜੀਆਂ ਇਹਦੀਆਂ ਹਦਾਇਤਾਂ ਆ, ਉਹਦੀ ਪਾਲਣਾ ਜ਼ਰੂਰ ਕਰਨ, ਵੈਕਸੀਨ ਲਵਾਉਣ ਅਤੇ ਮਾਸਕ ਪਾ ਕੇ ਰੱਖਣ। ਜਦੋਂ ਆਪਾਂ ਪਬਲਿਕ 'ਚ ਜਾਂਦੇ ਹਾਂ, ਬਾਹਰ ਜਾਂਦੇ ਹਾਂ ਘਰੋਂ, ਮਾਸਕ ਪਾ ਕੇ ਰੱਖਣ। ਅਤੇ ਜੋ ਹਦਾਇਤ ਕਰਦੀ ਹੈ ਐਡਮਿਨਿਸਟ੍ਰੇਸ਼ਨ, ਪ੍ਰਸ਼ਾਸਨ, ਉਹਦੀ ਪਾਲਣਾ ਕਰਨ ਤਾਂ ਕਿ ਆਪਾਂ ਰਲ ਮਿਲ ਕੇ ਇਸ ਮਹਾਂਮਾਰੀ ਤੋਂ ਨਿਜਾਤ ਪਾ ਸਕੀਏ। ਬਿਲਕੁਲ ਜੀ, ਜੋ ਵੀ ਹਦਾਇਤਾਂ ਸਿਹਤ ਵਿਭਾਗ ਵੱਲੋਂ, ਵੱਖ-ਵੱਖ ਮਹਿਕਮਿਆਂ ਵੱਲੋਂ ਆਉਂਦੀਆਂ, ਅਤੇ ਆਪਣਾ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਜਿਹੜਾ ਵਾ ਪੂਰੇ ਤੌਰ 'ਤੇ ਅਪਣਾਈਏ ਤਾਂ ਕਿ ਜਿਹੜੀ ਇਹ ਬਿਮਾਰੀ ਅੱਗੇ ਨਾ ਵੱਧ ਸਕੇ। ਅਤੇ ਅੰਮ੍ਰਿਤ ਸਾਹਿਬ, ਇੱਕ ਗੱਲ ਮੈਂ ਹੋਰ ਜਾਣਨੀ ਚਾਹੁੰਦਾ ਵਾਂ, ਜਦੋਂ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਦੀ ਸਿਆਸਤ ਦੀ, ਅਤੇ ਜਿਹੜੀ ਹੁਣ ਬਰਗਾੜੀ ਕਾਂਡ ਜਿਹੜਾ ਸਿਆਸਤ ਦਾ ਮੁੱਖ ਕੇਂਦਰ ਰਿਹਾ ਵਾ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ, ਅਤੇ ਹੋ ਸਕਦਾ ਇਸ ਵਾਰ ਵੀ ਹੋਵੇ, ਜਿਹੜੀ ਨਵੀਂ ਕਮੇਟੀ ਆ, ਕੀ ਤੁਸੀਂ ਉਹ ਤੋਂ ਆਸ ਰੱਖਦੇ ਹੋ ਕਿ ਉਹ ਸਹੀ ਢੰਗ ਨਾਲ ਆਪਣਾ ਕੰਮ ਕਰੂਗੀ? ਦੇਖੋ, ਪਹਿਲਾਂ ਤਾਂ ਮੈਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਕਿ ਛੇਤੀ ਤੋਂ ਛੇਤੀ ਉਹ ਪਾਪੀ, ਉਹ ਦੋਸ਼ੀ, ਉਹ ਫੜੇ ਜਾਣ। ਠੀਕ ਹੈ, ਸਾਡੀ ਸਰਕਾਰ ਦੇ ਵਿੱਚ ਇੱਕ ਕੰਮ ਹੋਇਆ ਸੀ। ਅਸੀਂ ਪੰਨੂ ਸਾਹਿਬ ਉਦੋਂ ਸਾਡੇ ਕੋਲ ਸਿਰਫ 10-12 ਮਹੀਨੇ ਸੀ, ਕਿਉਂਕਿ ਨਾਲ ਹੀ ਇਲੈਕਸ਼ਨ ਅਨਾਊਂਸ ਹੋ ਗਈ। 3-4 ਮਹੀਨੇ ਪਾਰਟੀਆਂ ਵਾਲੇ ਦੋਸ਼ੀਆਂ ਨੂੰ ਲੱਭਣ ਦੀ ਬਜਾਏ, ਪਾਪੀਆਂ ਨੂੰ ਲੱਭਣ ਦੀ ਬਜਾਏ ਪ੍ਰਦਰਸ਼ਨ ਕਰਦੀਆਂ ਰਹੀਆਂ, ਵਿਖਾਵੇ ਕਰਦੀਆਂ ਰਹੀਆਂ। ਲੇਕਿਨ ਜਿੰਨਾ ਕੁ ਅਸੀਂ ਕੰਮ ਕੀਤਾ, ਸਾਇੰਟੀਫਿਕ ਇਨਵੈਸਟੀਗੇਸ਼ਨ ਜਿਹੜੀ ਅਸੀਂ ਕਰਨੀ ਸੀ, ਜਿਹਦੇ ਵਿੱਚ ਇਲਾਕੇ ਦੇ ਹਜ਼ਾਰਾਂ ਮੋਟਰਸਾਈਕਲਾਂ ਦੇ ਨੰਬਰ ਟਰੇਸ ਕੀਤੇ, ਹਜ਼ਾਰਾਂ ਲੋਕਾਂ ਦੇ ਫਿੰਗਰਪ੍ਰਿੰਟ ਲਏ, ਹਜ਼ਾਰਾਂ ਲੋਕਾਂ ਦੀ ਰਾਈਟਿੰਗ ਦੇ ਸੈਂਪਲ ਲਏ ਜੀ, ਟੈਲੀਫੋਨ ਕਾਲਾਂ ਦੀ ਡਿਟੇਲ ਅਸੀਂ ਪ੍ਰਾਪਤ ਕੀਤੀ, ਹਜ਼ਾਰਾਂ ਦੀ। SIT ਬਣੀ, ਕੁਝ ਬੰਦਿਆਂ ਦੀ ਉਦੋਂ ਗ੍ਰਿਫਤਾਰੀ ਵੀ ਅਸੀਂ ਕੀਤੀ, ਗ੍ਰਿਫਤਾਰੀ ਕਰਕੇ ਜੇਲ੍ਹਾਂ 'ਚ ਵੀ ਭੇਜੇ। ਲੇਕਿਨ ਠੀਕ ਹੈ, ਇਲੈਕਸ਼ਨ ਆ ਗਿਆ, ਇਲੈਕਸ਼ਨ 'ਚ ਮੁੱਦਾ ਬਣ ਗਿਆ, ਚੋਣ 'ਚ ਮੁੱਦਾ ਬਣ ਗਿਆ। ਕੁਝ ਲੋਕਾਂ ਨੇ ਇਹ
ਐਲਾਨ ਕੀਤੇ ਜੀ ਅਸੀਂ ਬਰਗਾੜੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਾਂਗੇ ਤੇ ਗੁਰੂ ਸਾਹਿਬ ਨੂੰ ਇਨਸਾਫ। ਮੈਂ ਤਾਂ ਬੜਾ, ਮੇਰੇ ਤਾਂ ਮੂੰਹ ਨਹੀਂ ਨਿਕਲਦਾ। ਹੁਣ ਵੀ ਕਹਿੰਦੇ ਆ, ਮੈਂ ਇੱਕ ਟੀਵੀ ਚੈਨਲ ਤੇ ਦੇਖਿਆ ਕਈ ਲੀਡਰ ਬਣੀ ਫਿਰਦੇ ਆ, ਉਹ ਗੁਰੂ ਸਾਹਿਬ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਦੇ ਆ। ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਕਾਂਗਰਸ ਨੂੰ ਵੀ, ਤੇ ਕਾਂਗਰਸ ਦੇ ਵਿੱਚ ਜਿਹੜਾ ਇਸ ਔਖੇ ਸਮੇਂ 'ਚ, ਇੱਕ ਤਾਂ ਪੰਜਾਬ ਮੁਸ਼ਕਿਲ 'ਚੋਂ ਲੰਘ ਰਿਹਾ ਇਸ ਵੇਲੇ, ਇਸ ਔਖੇ ਸਮੇਂ 'ਚ ਉਹ ਬੜੀ, ਮੈਨੂੰ ਤਾਂ ਮੈਂ ਸਮਝਦਾ ਵੀ ਬੜੀ ਮਾੜੀ ਗੱਲ ਆ ਕਿ ਉਹ ਆਪਸੀ ਲੜਾਈ ਪਾ ਕੇ ਬੈਠੇ। ਪਰਿਵਾਰ 'ਚ ਲੜਾਈ, ਉਹਨਾਂ ਨੂੰ ਚਾਹੀਦਾ ਮਹਾਮਾਰੀ ਨਾਲ ਲੜਨਾ, ਤੇ ਉਹ ਪਾਵਰ ਦੀ ਜੰਗ ਵਿੱਚ ਫਸੇ ਹੋਏ, ਪਾਵਰ ਦੀ ਲੜਾਈ ਲੜ ਰਹੇ। ਤੇ ਉਹ ਇਹ ਕੋਸ਼ਿਸ਼ ਉਹਨਾਂ ਨੇ ਕੀਤੀ, ਉਦੋਂ ਲੋਕੀ ਉਹਨਾਂ ਦੀਆਂ ਗੱਲਾਂ 'ਚ ਆ ਗਏ। 4.5 ਸਾਲ ਕੀਤਾ ਕੁਛ ਨਹੀਂ। ਜੇ ਉਹ ਦੋਸ਼ੀਆਂ ਨੂੰ ਫੜਦੇ, ਪਾਪੀਆਂ ਨੂੰ, ਤਾਂ ਚੰਗਾ ਸੀ। ਪਰ ਉਹਨਾਂ ਨੇ, ਕਾਂਗਰਸ ਨੇ, ਉਹਨਾਂ ਦੀਆਂ ਬਣਾਈਆਂ SITਆਂ ਨੇ ਰਾਜਨੀਤਿਕ ਕੰਮ ਕੀਤਾ। ਮੁੱਖ ਮੰਤਰੀ ਦੇ ਕਹਿਣ 'ਤੇ ਉਹਨਾਂ ਨੇ ਸਿਰਫ ਕਿਹਾ ਬਈ ਆਪਣੀ ਆਪੋਜੀਸ਼ਨ ਪਾਰਟੀ ਮਜ਼ਬੂਤ ਹੋ ਰਹੀ ਆ, ਇਹਨੂੰ ਘੇਰੋ, ਇਹਦੇ ਲੀਡਰ ਫੜਨੇ ਆਪਾਂ ਤਾਂ ਕਿ ਇਹ ਗਾਂ ਚੋਣਾਂ ਨਾਲ ਲੜ ਸਕਣ। ਤੇ ਉਹ ਅਕਾਲ ਪੁਰਖ ਵੀ ਹੈਗਾ, ਉਹ ਪਰਮੇਸ਼ਵਰ ਵੀ ਹੈਗਾ ਦੇਖਣ ਵਾਲਾ। ਹੁਣੇ ਆਪਾਂ ਗੱਲ ਕੀਤੀ ਆ ਵੀ ਮੈਨੀਫੈਸਟੋ ਜਦੋਂ ਆਪਾਂ ਬਣਾਉਂਦੇ ਉਹਨੂੰ ਕਾਨੂੰਨੀ ਡਾਕੂਮੈਂਟ ਬਣਨਾ ਚਾਹੀਦਾ ਤਾਂ ਕਿ ਉਹਨੂੰ ਅਦਾਲਤ ਵਿੱਚ ਆਪਾਂ ਲਿਜਾ ਸਕੀਏ। ਹੁਣ ਤਾਂ ਜੇ ਅਦਾਲਤ ਨੇ ਕਹਿ ਦਿੱਤਾ, ਹਾਈ ਕੋਰਟ ਦੇ ਮਾਣਯੋਗ ਜੱਜ ਸਾਹਿਬ ਨੇ ਕਹਿ ਦਿੱਤਾ ਕਿ ਇਹ SIT ਜਿਹੜੀ ਬਣੀ ਆ, ਜਿਹੜੀ ਸਰਕਾਰ ਨੇ ਬਣਾਈ ਆ, ਇਹ ਸਿਆਸੀ ਕਿਹੜ ਕੱਢਣ ਲਈ ਬਣਾਈ ਆ, ਇਹ ਦੋਸ਼ੀਆਂ ਨੂੰ ਫੜਨ ਲਈ ਘੱਟ ਤੇ ਕਿਸੇ ਨੂੰ ਸਜ਼ਾ ਦੇਣ ਵਾਸਤੇ ਵੱਧ ਬਣਾਈ ਆ, ਮਨਮਰਜ਼ੀ ਕੀਤੀ ਗਈ ਹੈ। ਹੁਣ ਜੇ ਆਪਾਂ ਕੋਰਟਾਂ 'ਚ ਵੀ ਵਿਸ਼ਵਾਸ ਨਹੀਂ ਰੱਖਾਂਗੇ ਫਿਰ ਕਿੱਥੇ ਜਾਵਾਂਗੇ ਆਪਾਂ? ਕੋਈ ਸਿਸਟਮ ਤਾਂ ਪੂਰੀ ਦੁਨੀਆ 'ਚ ਵੀ ਕੋਰਟਾਂ 'ਤੇ ਵਿਸ਼ਵਾਸ ਕੀਤਾ ਜਾਂਦਾ। ਤੇ ਹੁਣ ਦੁਬਾਰਾ SIT ਬਣਾਈ ਆ। ਸਾਨੂੰ ਉਮੀਦ ਤਾਂ ਕੋਈ ਨਹੀਂ SIT ਤੋਂ, ਕਿਉਂਕਿ ਉਹ SIT ਵੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਬਣਾਈ ਆ, ਕੋਈ ਹਾਈ ਕੋਰਟ ਨੇ ਜਾਂ ਕਿ ਸੁਪਰੀਮ ਕੋਰਟ ਨੇ ਨਹੀਂ ਬਣਾਈ। ਸਰਕਾਰ ਨੇ ਉਹ ਅਫਸਰ ਚੁਣਿੰਦਾ ਸਿਲੈਕਟ ਕੀਤੇ ਆ। ਪਰ ਫਿਰ ਵੀ ਅਸੀਂ ਉਸ SIT ਨੂੰ, ਸਾਡੀ ਪਾਰਟੀ ਨੇ ਕਿਹਾ, ਅਕਾਲੀ ਦਲ ਨੇ ਕਿਹਾ ਵੀ ਅਸੀਂ ਉਸ SIT ਨੂੰ ਸਹਿਯੋਗ ਕਰਾਂਗੇ। ਸਾਨੂੰ ਉਹ ਬੁਲਾਊਗੀ ਕਿਤੇ, ਅਸੀਂ ਜਾਵਾਂਗੇ। ਪਹਿਲਾਂ ਵੀ ਇਹਨਾਂ ਦੀ ਬਣਾਈ SIT ਨੇ, ਵੱਡੇ ਬਾਦਲ ਸਾਹਿਬ ਨੂੰ ਬੁਲਾਇਆ, ਗਏ, ਬਿਆਨ ਦਿੱਤੇ, ਜਿਹੜੇ ਵੀ ਲੀਡਰ ਨੂੰ ਸੱਦਿਆ ਗਏ, ਬਿਆਨ ਦਿੱਤੇ। ਲੇਕਿਨ ਪੰਨੂ ਸਾਹਿਬ ਜਿੰਨਾ ਕੰਮ ਅਸੀਂ ਕਰਕੇ ਗਏ ਹਾਂ ਵਿਕਾਸ ਦਾ ਪੰਜਾਬ 'ਚ, ਉਹਦਾ ਇਹਨਾਂ ਕੋਲ ਕੋਈ ਜਵਾਬ ਨਹੀਂ। ਉਹ ਜਵਾਬ ਨਹੀਂ। 4.5 ਸਾਲ ਦੀ ਇਹਨਾਂ ਕੋਲ ਕੋਈ ਪ੍ਰਾਪਤੀ ਨਹੀਂ ਵੀ ਅਸੀਂ ਆਹ ਕੀਤਾ, ਕੁਛ ਨਹੀਂ ਕੰਮ ਕੀਤਾ। ਹੁਣ ਇਹ ਚਾਹੁੰਦੇ ਆ ਬਈ ਅਸੀਂ ਬਰਗਾੜੀ ਦਾ ਮੁੱਦਾ ਉਭਾਰ ਕੇ ਦੁਬਾਰਾ ਵੋਟਾਂ ਲੈ ਲਈਏ ਤੇ ਸਾਡੀ ਸਰਕਾਰ ਬਣ ਜਾਵੇ। ਅੱਜ ਪੰਨੂ ਸਾਹਿਬ ਉਹ ਲੋਕ ਗੁਰੂ ਸਾਹਿਬ ਨੂੰ ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੇ ਆ। ਅੱਜ ਉਹ ਲੋਕ ਬਰਗਾੜੀ ਕਰਦੇ ਆ ਜਿਹੜੇ 2-2 ਸਾਲ ਮਿਨਿਸਟਰ ਵੀ ਰਹੇ, ਜਿਹੜੇ ਸੱਤਾ ਦਾ ਆਨੰਦ ਵੀ ਮਾਣਦੇ ਰਹੇ ਪਿਛਲੇ 4.5 ਸਾਲ। ਹੁਣ ਜਦੋਂ ਮੰਤਰੀਪੁਣਾ ਨਹੀਂ ਰਿਹਾ, ਹੁਣ ਗੁਰੂ ਸਾਹਿਬ ਚੇਤੇ ਆ ਗਏ। ਹਾਂਜੀ, ਆਪਾਂ ਸਾਰੇ ਜਾਣਦੇ ਹਾਂ ਉਹ ਕਿੰਨੇ ਕੁ ਸੱਚੇ ਸੁੱਚੇ ਸਿੱਖ ਆ। ਸਾਰੀ ਦੁਨੀਆ ਨੂੰ ਪਤਾ, ਪੰਜਾਬੀਆਂ ਨੂੰ ਪਤਾ, ਸਾਰਿਆਂ ਨੂੰ ਕਿੰਨਾ ਕੁ ਮੰਨਣ ਵਾਲੇ ਆ ਗੁਰੂ ਸਾਹਿਬ ਨੂੰ। ਸੋ ਅੱਜ ਬਰਗਾੜੀ ਦੇ ਮੁੱਦੇ ਨੂੰ ਦੁਬਾਰਾ ਰਾਜਸੀ ਰੰਗਤ ਦਿੱਤੀ ਜਾ ਰਹੀ ਹੈ ਵੋਟਾਂ ਹਾਸਲ ਕਰਨ ਲਈ। ਇਹ ਬਦਕਿਸਮਤੀ ਆ, ਇਹ ਨਹੀਂ ਹੋਣਾ ਚਾਹੀਦਾ। ਚੋਣਾਂ ਵਿਕਾਸ, ਇਨਸਾਫ ਤੇ ਡਿਵੈਲਪਮੈਂਟ, ਭਾਈਚਾਰਕ ਸਾਂਝ 'ਤੇ ਹੋਣੀਆਂ ਚਾਹੀਦੀਆਂ। ਉਧਰ ਨੂੰ ਕਾਂਗਰਸ ਦਾ ਇੱਕ ਧੜਾ ਉਧਰ ਨੂੰ ਜਾਣ ਨਹੀਂ ਦੇ ਰਿਹਾ। ਉਹ ਕਹਿੰਦੇ ਬਰਗਾੜੀ 'ਤੇ ਚੋਣ ਕਰਾਉਣੀ। ਭਾਈ ਕਰਾ ਲਓ, ਤੁਸੀਂ 4.5 ਸਾਲ 'ਚ ਦੋਸ਼ੀ ਨਹੀਂ ਫੜ ਸਕੇ। ਇਸੇ ਮਸਲੇ ਬਾਰੇ ਮੈਂ ਆਖਰੀ ਸਵਾਲ ਆਪ ਜੀ ਨੂੰ ਪੁੱਛਣਾ ਚਾਹੁੰਦਾ ਵਾਂ ਵੀ ਜਿਸ ਤਰ੍ਹਾਂ ਕਾਡੋ ਕਲਾਸ ਕਾਂਗਰਸ ਦੀ ਚੱਲ ਰਹੀ ਆ, ਔਰ ਆਪਣੇ ਪ੍ਰਗਟ ਸਿੰਘ ਹੀ ਆ ਕਾਂਗਰਸ ਦੇ MLA ਨੇ, ਜਲੰਧਰ ਛਾਉਣੀ ਤੋਂ ਹੀ ਨਾਮਵਰ ਨੇ, ਖਿਡਾਰੀ ਨੇ, ਤੇ ਉਹਨਾਂ ਵੱਲੋਂ ਜਿਹੜੇ ਇਲਜ਼ਾਮ ਲਾਏ ਗਏ ਨੇ ਕਿ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਹੋਰ ਵੀ ਕਾਂਗਰਸ ਦੇ ਜਿਹੜੇ ਮੰਤਰੀ ਨੇ, MLA ਨੇ, ਤੇ ਕਿਹੋ ਜਿਹੀ ਸਿਆਸਤ ਹੋ ਰਹੀ ਨੇ ਕਿ ਇਹਦਾ ਜਿਹੜਾ ਕਾਂਗਰਸ ਤੇ ਕੀ ਪ੍ਰਭਾਵ ਪਊ ਤੇ ਸਾਰੀ ਕਲੇਕਲਿਸ ਦਾ ਅਕਾਲੀ ਦਲ ਨੂੰ ਕੀ ਗੇਨ ਹੋ ਸਕਦਾ? ਮੈਂ ਨਾ ਜੀ ਦਾ TV NRI ਦੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਕਾਂਗਰਸ ਮੁੱਢੋਂ ਹੀ ਕਰਪਟ ਪਾਰਟੀ ਹੈ।
ਮਦਰ ਆਫ ਕਰਪਸ਼ਨ ਆ, ਇਹਦਾ DNA ਕਰਪਟ ਹੈ। ਤੇ ਇਸ ਵੇਲੇ ਵੀ ਪੰਜਾਬ ਦੀ ਕਾਂਗਰਸ 'ਚ ਆਪਾ ਧਾਪੀ ਪਈ ਹੈ, ਹੋੜ ਲੱਗੀ ਆ ਪੈਸਾ ਇਕੱਠਾ ਕਰਨ ਦੀ। ਕੋਈ ਟਰਾਂਸਪੋਰਟ, ਕੋਈ ਮਾਈਨਿੰਗ, ਸੈਂਡ ਮਾਈਨਿੰਗ, ਕੋਈ ਨਸ਼ਾ ਤੇ ਕੋਈ ਬਦਲੀਆਂ ਡਿਵੈਲਪਮੈਂਟ ਦੇ ਕੰਮਾਂ 'ਚੋਂ ਇੱਕ ਦੂਜੇ ਨੂੰ ਧਮਕਾਉਂਦੇ ਆ। ਹੁਣ ਜਿੱਦਾਂ ਨਾ ਵੰਡ ਵੰਡਈਏ ਤੋਂ ਲੜ ਪੈਂਦੇ ਆ, ਚੋਰ ਲੜ ਪੈਂਦੇ ਨਾ ਜੀ, ਹੁਣ ਉਹ ਹਿਸਾਬ ਹੋਇਆ ਪੰਜਾਬ 'ਚ। ਹੁਣ ਕਹਿੰਦੇ ਆ ਜੀ ਵੀ ਤੇਰੀਆਂ ਲਿਸਟਾਂ ਇਕੱਠੀਆਂ ਕਰ ਲਈਆਂ ਟੈਲੀਫੋਨ ਤੇ ਤੈਨੂੰ ਠੋਕਾਂਗੇ। ਉਹ ਕਹਿੰਦੇ ਆ ਵੀ 1200 ਕਰੋੜ ਦਾ ਇਰੀਗੇਸ਼ਨ ਦਾ ਸਕੈਮ, ਉਹਦੀਆਂ ਫਾਈਲਾਂ ਦੱਬ ਕੇ ਬੈਠੇ ਆ। ਇੱਕ ਪਾਸੇ ਪੰਜਾਬ ਦੇ ਲੋਕ ਹਿਸਾਬ ਪੁੱਛਦੇ ਆ ਬਈ ਸਿਵਲ ਸਪਲਾਈ ਮੰਤਰੀ ਨੇ ਪਿਛਲੇ ਝੋਨੇ ਦੇ ਸੀਜ਼ਨ 'ਚ ਬਾਹਰੋਂ ਟਰੱਕ, ਵੱਡੇ ਵੱਡੇ ਟਰਾਲੇ ਲਿਆ ਕੇ ਵੇਚ ਦਿੱਤੇ ਪੰਜਾਬ ਦੀਆਂ ਮੰਡੀਆਂ 'ਚ, ਬੜਾ ਵੱਡਾ ਸਕੈਮ ਹੋਇਆ। ਫਿਰ ਕਹਿੰਦੇ 200 ਕਰੋੜ ਦੀ ਪੰਜਾਬ ਹੈਲਥ ਡਿਪਾਰਟਮੈਂਟ ਦੇ ਅੰਦਰ ਵਿਪਰੋ ਨੋਰਫਿਨ ਗੋਲੀ ਗਾਇਬ ਹੋ ਗਈ, 200 ਕਰੋੜ ਦੀ, ਉਹ ਕਿੱਥੇ ਗਈ? ਫਿਰ 5600 ਕਰੋੜ ਦਾ ਐਕਸਾਈਜ਼ ਦਾ ਡਾਕਾ ਪੈ ਜਾਂਦਾ ਪਿਛਲੇ ਸਾਲ ਜਦੋਂ ਕਰੋਨਾ ਸੀ। 5600 ਕਰੋੜ ਰੁਪਈਆ ਐਕਸਾਈਜ਼ ਦਾ ਚੋਰੀ ਹੋ ਜਾਂਦਾ, ਉਹ ਮੁੱਖ ਮੰਤਰੀ ਤੇ ਦੋਸ਼ ਲੱਗਦੇ ਆ। 134 ਬੰਦੇ ਮਾਝੇ 'ਚ ਨਕਲੀ ਸ਼ਰਾਬ ਨਾਲ ਮਰ ਜਾਂਦੇ ਆ। ਉੱਥੇ ਦੇ ਲੋਕ ਪਿੱਟ ਕੇ ਕਹਿੰਦੇ ਆ ਵੀ ਇੱਥੇ ਦੇ ਕਾਂਗਰਸੀ MLA ਜਾਲੀ ਸ਼ਰਾਬ ਵਿਕਾਉਂਦੇ ਆ। ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ, ਕੋਈ ਬੰਦਾ ਫੜ ਕੇ ਅੰਦਰ ਨਹੀਂ ਦਿੱਤਾ, ਕਿਸੇ ਖਾਸ ਬੰਦੇ ਤੇ FIR ਨਹੀਂ ਹੋਈ। ਸੋ ਅੱਜ ਅੰਦਰੋਂ ਅੰਦਰੀ ਲੁੱਟ ਖਸੁੱਟ ਕੌਣ ਵੱਧ ਕਰਦਾ, ਇਹਦੀ ਹੋੜ ਚੱਲੀ ਹੋਈ ਆ। 60 ਕਰੋੜ ਰੁਪਈਆ ਸਾਧੂ ਸਿੰਘ ਧਰਮਸੋਤ ਗਰੀਬ ਬੱਚਿਆਂ ਦੀਆਂ ਫੀਸਾਂ ਦਾ ਹੀ ਖਾ ਗਿਆ, ਔਰ ਕੈਪਟਨ ਅਮਰਿੰਦਰ ਸਿੰਘ ਨੇ 3 ਦਿਨ 'ਚ ਉਹਨੂੰ ਕਲੀਨ ਚਿੱਟ ਦੇ ਦਿੱਤੀ। ਉਹ 3 ਦਿਨ ਤਾਂ ਕਦੀ, 3 ਦਿਨਾਂ 'ਚ ਤਾਂ ਕਦੀ ਥਾਣੇਦਾਰ ਨਹੀਂ ਕਿਸੇ ਨੂੰ ਕਲੀਨ ਚਿੱਟ ਦਿੰਦਾ। ਉਹ ਵੀ ਕਹਿੰਦਾ ਮੈਨੂੰ ਇਨਵੈਸਟੀਗੇਸ਼ਨ ਕਰਨ ਦਿਓ, ਵੀ ਪੁੱਛ ਗਿੱਛ ਕਰਨ ਦਿਓ, ਭਾਵੇਂ ਉਹ 2000 ਦਾ ਮਾਮਲਾ ਹੋਵੇ। ਇਹ 60 ਕਰੋੜ ਦਾ ਮਾਮਲਾ ਸੀ, ਅਮਰਿੰਦਰ ਸਿੰਘ ਜੀ ਨੇ ਉਹਨੂੰ ਕਲੀਨ ਚਿੱਟ ਦਿੱਤੀ। ਕਿੰਨੇ ਕੁ ਤੁਹਾਨੂੰ ਮੈਂ ਗਣਾਵਾਂ, ਕਿੰਨੇ ਕੁ ਮੁੱਦੇ ਗਣਾਵਾਂ ਪੰਜਾਬ 'ਚ ਜਿੱਥੇ ਇਹ ਕਰਪਸ਼ਨ 'ਚ ਫਸੇ ਹੋਏ ਆ। ਹੁਣ ਤਾਂ ਇਹ ਕਹਿੰਦੇ ਆ, ਇੱਕ ਦੂਏ ਨੂੰ ਰਾਤ ਨੂੰ ਪੁੱਛਦੇ ਆ ਫਲਾਣੇ ਨੇ ਕਿੰਨੇ ਕਰੋੜ ਬਣਾ ਲਿਆ, ਫਲਾਣੇ ਨੇ ਕਿੰਨੇ 100 ਬਣਾ ਲਿਆ। ਫਿਰ ਰਾਤ ਨੂੰ ਇਹਨਾਂ ਨੂੰ ਨੀਂਦ ਨਹੀਂ ਆਉਂਦੀ, ਫਿਰ ਕਹਿੰਦੇ ਸਵੇਰ ਨੂੰ ਕੋਈ ਵੱਡਾ ਹੱਥ ਮਾਰੀਏ। ਹੁਣ 6 ਮਹੀਨੇ ਰਹਿ ਗਏ, ਹੁਣ ਇਸ ਕਰਕੇ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਵੀ ਕਿੱਦਾਂ ਲੁੱਟ ਲਈਏ, ਕਿਉਂਕਿ ਸਰਕਾਰ ਤਾਂ ਹੁਣ ਕਾਂਗਰਸ ਦੀ ਆਉਣੀ ਨਹੀਂ। ਲੋਕਾਂ ਦਾ ਵਿਸ਼ਵਾਸ ਉੱਠ ਗਿਆ। ਅੱਜ ਕਿਸੇ ਨੌਜਵਾਨਾਂ ਨੂੰ ਤੁਸੀਂ ਪੁੱਛ ਕੇ ਦੇਖ ਲਓ, ਉਹ ਕਹਿੰਦੇ ਸਾਨੂੰ ਕਿਸੇ ਨੂੰ ਨੌਕਰੀ ਨਹੀਂ ਮਿਲੀ। ਕੱਲ੍ਹ ਇੱਕ ਪੜ੍ਹੇ ਲਿਖੇ ਪੋਸਟ ਗ੍ਰੈਜੂਏਟ ਮੁੰਡੇ ਨੇ ਸੁਸਾਈਡ ਕਰ ਲਈ, ਕੱਲ੍ਹ ਦੀ ਖਬਰ ਹੈ। ਉਹਨੇ ਲਿਖਿਆ ਕਿ ਮੈਨੂੰ ਨੌਕਰੀ ਨਹੀਂ ਮਿਲੀ, ਮੈਂ ਆਪਣੇ ਪਰਿਵਾਰ ਨੂੰ ਕਿੱਦਾਂ ਪਾਲਾਂ, ਸੁਸਾਈਡ ਕਰ ਗਿਆ। ਇੱਦਾਂ ਦੇ ਅਨੇਕਾਂ ਕੇਸ ਹੋ ਰਹੇ। ਸੋ ਇਹ ਇਸ ਵੇਲੇ ਇਹਨਾਂ ਦਾ ਜੋ ਹਾਲ ਹੋ ਰਿਹਾ ਨਾ, ਉਹ ਇਸੇ ਕਰਕੇ ਹੋ ਰਿਹਾ ਵੀ ਇਹਨਾਂ ਨੇ ਗੁਰੂ ਨੂੰ ਧੋਖਾ ਦਿੱਤਾ ਹੈ। ਇਹਨਾਂ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਹੈ, ਉਹ ਵੀ ਬੇਅਦਬੀ ਹੈ, ਇਹਨਾਂ ਨੂੰ ਸਜ਼ਾ ਮਿਲਣੀ ਆ। ਇਸੇ ਕਰਕੇ ਸਾਡੀ ਲੀਡਰਸ਼ਿਪ ਨੇ ਕਿਹਾ ਸੀ ਬਈ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਦਾ ਮਹਾਰਾਜ ਕੱਖ ਨਾ ਛੱਡੇ, ਉਹਨਾਂ ਦਾ ਕੱਖ ਨਾ ਰਵੇ, ਅਤੇ ਜਿਨ੍ਹਾਂ ਨੇ ਕਰਵਾਈ ਆ ਉਹਨਾਂ ਦਾ ਵੀ ਕੁਛ ਨਾ ਰਵੇ, ਅਤੇ ਜਿਹੜੇ ਇੱਥੇ ਸਿਆਸਤ ਕਰਦੇ ਆ, ਵੋਟਾਂ ਲੈਣੀਆਂ ਚਾਹੁੰਦੇ ਆ, ਉਹਨਾਂ ਦਾ ਵੀ ਕੱਖ ਨਾ ਰਹੇ। ਹੌਲੀ ਹੌਲੀ ਤੁਸੀਂ ਦੇਖੀ ਚੱਲਿਓ, ਉਹ ਮਹਾਰਾਜ ਦੀ ਚੱਕੀ ਚੱਲਦੀ ਤਾਂ ਹੌਲੀ ਆ, ਲੇਕਿਨ ਪੀਂਦੀ ਪੂਰਾ। ਹੌਲੀ ਹੌਲੀ ਤੁਸੀਂ ਦੇਖੋ, ਜਿਹੜੇ ਲੋਕਾਂ ਨੇ ਜ਼ਿਆਦਾ ਗੱਲਾਂ ਕੀਤੀਆਂ ਨਾ, ਬਰਗਾੜੀ ਦੇ ਨਾਂ 'ਤੇ ਵੋਟਾਂ ਲਈਆਂ, ਲੋਕਾਂ ਨੂੰ ਇਮੋਸ਼ਨਲ ਕੀਤਾ, ਹੌਲੀ ਹੌਲੀ ਸਿਆਸੀ ਸੀਨ ਦੇ ਵਿੱਚੋਂ ਬਾਹਰ ਹੋਈ ਜਾ ਰਿਹਾ, ਕੁਛ ਨਾ ਕੁਛ ਹੋਈ ਜਾ ਰਿਹਾ ਉਹਨਾਂ ਨੂੰ। ਜਿਹੜੇ ਅਰਦਾਸਾਂ ਕਰਦੇ ਸੀ ਪਬਲਿਕਲੀ, ਚਲੋ ਉਸ ਪਾਰਟੀ ਦਾ ਮੈਂ ਨਾਂ ਨਹੀਂ ਲੈਂਦਾ, ਜਿਹੜੇ ਕਹਿੰਦੇ ਸੀ ਫਲਾਣੇ ਨੂੰ ਕਰੋਨਾ ਹੋ ਗਿਆ, ਓਏ ਲਾਓ ਤਾਲੀ, ਉਹ ਪੁੱਛੋ ਜਰਾ ਆਪ ਕਿੱਥੇ ਆ ਹੁਣ। ਇਹ ਜਿਹੜੇ ਲੋਕ ਗੁਰੂ ਦੇ ਨਾਂ 'ਤੇ ਇਹੋ ਜਿਹੇ ਘਟੀਆ ਕੰਮ ਕਰਦੇ ਆ, ਉਹਨਾਂ ਨੂੰ ਥੋੜ੍ਹਾ ਬਹੁਤਾ ਸੁਧਾਰ ਦਾ ਤਾਂ ਮਹਾਰਾਜ ਹੈ। ਬਿਲਕੁਲ ਜੀ, ਬੜੇ ਅਹਿਮ ਮਸਲੇ ਨੇ ਜਿਹੜੇ ਪੰਜਾਬ ਦੇ, ਜਿਨ੍ਹਾਂ ਨੂੰ ਵਿਚਾਰਨ ਦੀ ਲੋੜ ਆ। ਅਤੇ ਇਹ ਸਨ ਪਵਨ ਕੁਮਾਰ ਟੀਨੂ ਜੀ, ਜੋ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਹਲਕੇ ਤੋਂ MLA ਨੇ। ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਆਪਣੀ ਪਾਰਟੀ ਦੇ ਵਿਚਾਰ ਦੱਸੇ ਨੇ, ਅਤੇ ਜਿਹੜੇ ਮਸਲੇ ਨੇ
ਇਸ ਵੇਲੇ ਪੰਜਾਬ ਦੇ ਉਹਨਾਂ ਬਾਰੇ ਗੱਲਬਾਤ ਕੀਤੀ ਹੈ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਦੇਖਦੇ ਰਹਿਣਾ ਤੇ TVNRI। ਸਤਿ ਸ਼੍ਰੀ ਅਕਾਲ।